सब पैरी पाए। विचे धरती विचे पानी विच काष्ठ अगन धरी जय। बकरी सिंह एक तै थाए राखे मन हर जप परम पौ दूर की जय। बकरी सिंह एक तै थाए राखे मन हर जप परम पौ दूर की जय। हर की वड्याई देखो संतो हर निमानिया मान दिवाए। हर निमानिया मान दिवाए। ज्यों धरती चरण तले ते ऊपर आवे त्यों नानक साध जना जगत आन सब पैरी पाए। ज्यों धरती चरण तले ते ऊपर आवे त्यों नानक साध जना जगत आन सब पैरी पाए। हर की वड्याई देखो संतो हर निमानिया मान दिवाए। हर की वड्याई देखो संतो हर निमानिया मान दिवाए। हर निमानिया मान दिवाए। हर निमानिया मान दिवाए। गुरु मन बैराग भया दर्शन देखने का चाओ। मन बैराग भया मन बैराग भया दर्शन देखने का चाओ। मन बैराग भया दर्शन देखने का चाओ। धन सो तेरा थान धन सो तेरा थान। तिचर वसे सोहेलड़ी जिचर साथी नाल।
तिचर वसे सोहेलड़ी, जिचर साथी नाल, जा साथी उठी चलिया, ता धन खाकूराल, ता धन खाकूराल, ता धन खाकूराल। मन बैराग पया, दर्शन देखने का चाओ, मन बैराग पया, दर्शन देखने का चाओ। धन सो तेरा था, धन सो तेरा था। जिचर वसिया कल्ट घर, जियो जियो सब कहात। जा उठी चलसी कलतड़ा, ता कोई ना पूछे तेरी बात। जा उठी चलसी कलतड़ा, ता कोई न पूछे तेरी बात, ता कोई न पूछे तेरी बात, ता कोई न पूछे तेरी बात। मन बैराग पया, दर्शन देखने का चाओ, मन बैराग पया, दर्शन देखने का चाओ। धन सो तेरा थान, धन सो तेरा थान। पेयड़ सह सेव तू, सहरड़े सुख वस। पेयड़ सह सेव तू, सहरड़े सुख वस। गुर मिल चज या चार सिख, तुद कदे ना लगे दुख। गुर मिल चज या चार सिख, तुद कदे ना लगे दुख। तुद कदे ना लगे दुख, तुद कदे ना लगे दुख। मन बैराग पया, दर्शन देखने का चाओ। मन बैराग पया, दर्शन देखने का चाओ। धन सो तेरा थान, धन सो तेरा थान। सबना सोहरे वंजना, सब मुकलावण हार। सबना सोहरे वंजना,
ਸਭ ਮੁਕਲਾਵਣ ਹਾਰ, ਸਭ ਮੁਕਲਾ ਸਭ ਮੁਕਲਾਵਣ, ਸਭ ਮੁਕਲਾਵਣ ਹਾਰ, ਨਾਨਕ ਤਨ ਸੁਹਾਗਣੀ, ਨਾਨਕ ਤਨ ਸੁਹਾਗਣੀ, ਜਿਨ ਸੈ ਨਾਲ ਪਿਆਰ। ਸਭਨਾ ਸਹਰੇ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ, ਜਿਨ ਸੈ ਨਾਲ ਪਿਆਰ। ਨਾਨਕ ਧਨ ਸੁਹਾਗਣੀ, ਜਿਨ ਸੈ ਨਾਲ ਪਿਆਰ, ਜਿਨ ਸੈ ਨਾਲ ਪਿਆਰ, ਜਿਨ ਸੈ ਨਾਲ ਪਿਆਰ। ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ, ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ। ਧਨ ਸੋ ਤੇਰਾ ਥਾਨ, ਧਨ ਸੋ ਤੇਰਾ ਥਾਨ, ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ। ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ। ਤਨ ਸੋ ਤੇਰਾ ਥਾਨ, ਤਨ ਸੋ ਤੇਰਾ ਥਾਨ, ਤਨ ਸੋ ਤੇਰਾ ਥਾਨ। ਵਾਹੇ ਗੁਰੂ। ਵਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸ਼ਿਰਸ਼ਾਹਾਂ ਪਾਤਸ਼ਾਹੋ, ਨੇਚਲ ਚੌਰ ਛਤ। ਪੌੜੀ ਵੱਡਿਆ ਵੱਡਾ ਭਾਰ ਤੇਰਾ ਮਰਤਬਾ, ਰੰਗ ਪ੍ਰਾਂਗ ਅਨੇਕ ਨ ਜਪਨ ਕਰਤਬਾ। ਜੀ ਆਇਆ ਅੰਦਰ ਜੀਓ ਸਭ ਕੀ ਜਾਣ ਲਾ, ਸਭ ਕਿਸੇ ਰਹਿ ਵਸ ਤੇਰਾ ਕਰ ਭਲਾ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਰੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾ ਸੁਧਿਆਗੇ ਬਿਨਵਤਾ। ਤੇਰਾ ਜੀ ਤੇਰਾ ਨਾਮ ਸਤ ਹੈ, ਵਾਹਿਗੁਰੂ। ਪੌੜੀ ਵੱਡੀ ਹੋਂਦ ਆਇਆ ਪਰ ਤੇਰਾ ਮਰਤਬਾ, ਰੰਗ ਬਰੰਗ ਅਨੇਕ ਨਾ ਜਪਨ ਕਰਤਬਾ। ਜੀਆਂ ਅੰਦਰ ਜੀਉ ਸਭ ਕੀ ਜਾਣ ਲਾ, ਸਭ ਕੇ ਤੇਰੇ ਵਸ ਤੇਰਾ ਕਰ ਭਲਾ। ਤੇਰਾ ਕਰ ਆਨੰਦ ਵਧਾਈ ਤੁਧ ਕਰ, ਮਾਨ ਮਹੱਤਾ ਤੇ ਜੇ ਆਪਣਾ ਆਪ ਜਰ। ਸਰਵ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਲੋ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਬੰਦੋਂ ਬਾਰ ਬਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀ ਦੋਹਰਾ ਮੂਲਾ ਭਾਖੇ ਅਬ ਇਹਾਂ ਤਜ ਕਰ ਹਮ ਨਹਿ ਜਾਏ। ਲੈ ਜਾਵਹਿੰਗੇ ਸੰਗ ਨਿਜ ਰਹਿਣ ਨਾਹਿਆ ਬਨ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧਰਮ ਰੱਖਿਅਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਰਹੇ ਹੋ ਔਰ ਜਗਤ ਗੁਰੂ ਆਦਿ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਬਿਰਾਜਮਾਨ ਹਨ।
ਬਾਬਾ ਮੂਲ ਚੰਦ ਜੀ ਔਰ ਮਾਤਾ ਚੰਦੋ ਰਾਣੀ ਜੀ, ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਹੁਰਾ ਤੇ ਸੱਸ ਹਨ। ਦੁਨਿਆਵੀ ਰਿਸ਼ਤੇ ਦੇ ਮੁਤਾਬਕ ਬੇਬੇ ਨਾਨਕੀ ਜੀ ਦੇ ਪਾਸ ਬੈਠੇ ਨੇ ਤੇ ਸੁਲੱਖਣੀ ਨੂੰ ਬਾਬਾ ਮੂਲ ਚੰਦ ਜੀ ਕਹਿੰਦੇ ਆ, ਬੇਟਾ ਸੁਲੱਖਣੀ, ਤੇਰਾ ਹੁਣ ਇੱਥੇ ਕੋਈ ਕੰਮ ਨਹੀਂ, ਤੂੰ ਕਿਹਦੇ ਆਸਰੇ ਇੱਥੇ ਰਹੇਂਗੀ? ਤੂੰ ਮੇਰੇ ਨਾਲ ਵਾਪਸ ਸਾਡੇ ਪਾਸ ਬਟਾਲੇ ਚੱਲ। ਬੇਬੇ ਨਾਨਕੀ ਜੀ ਕੋਲ ਬੈਠੇ ਸਨ, ਕਹਿਣ ਲੱਗੇ, ਮਾਸੜ ਜੀ ਇਸ ਤਰ੍ਹਾਂ ਕਿਵੇਂ ਬਣ ਸਕਦਾ ਹੈ? ਮਾਤਾ ਚੰਦੋ ਰਾਣੀ ਕੋਲੋਂ ਬੋਲੀ, ਕਹਿੰਦੇ ਫਿਰ ਇਹ ਕਿਹਦੇ ਆਸਰੇ ਰਹੇਗੀ? ਬੇਬੇ ਨਾਨਕੀ ਨੇ ਆਖਿਆ ਕਿ ਮੇਰਾ ਵੀਰ ਤਾਂ ਪਹਿਲਾਂ ਹੀ ਘਰ ਛੱਡ ਕੇ ਤਿਆਗੀ ਹੋ ਗਿਆ ਹੈ, ਤੇ ਜੇ ਇਹਨਾਂ ਨੂੰ ਵੀ ਤੁਸੀਂ ਲੈ ਜਾਓਗੇ ਮੇਰੇ ਭਰਾ ਦਾ ਘਰ ਖਾਲੀ ਹੋਵੇਗਾ, ਮੈਂ ਕਿਸ ਦੇ ਆਸਰੇ ਇੱਥੇ ਰਹਾਂਗੀ? ਬੇਬੇ ਨਾਨਕੀ ਜੀ ਨੇ ਇਸ ਤਰ੍ਹਾਂ ਮਾਤਾ ਚੰਦੋ ਰਾਣੀ ਨਾਲ ਗੱਲਬਾਤ ਕੀਤੀ ਔਰ ਬੇਨਤੀ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਜਿਸ ਵਕਤ ਇਹ ਖੇਡ ਵਰਤਾ ਰਹੇ ਨੇ, ਉਸ ਵੇਲੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ, ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ। ਔਰ ਇਹ ਕਥਾ ਭਾਈ ਸਾਹਿਬ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਖਡੂਰ ਸਾਹਿਬ ਅਦਬ ਸਤਕਾਰ ਸਹਿਤ ਸਰਵਣ ਕਰਵਾ ਰਹੇ ਹਨ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਸੁਰਤੀਆਂ ਬਿਰਤੀਆਂ ਦੀ ਇਕਾਗਰਤਾ ਵਾਸਤੇ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਨੇ ਵਾਸਤੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੂਲਾ ਪਾਖੇ ਅਬ ਇਹਾਂ ਤਜ ਕਰ ਹਮ ਨਹਿ ਜਾਏ। ਜਦੋਂ ਬੇਬੇ ਨਾਨਕੀ ਨੇ ਆਖਿਆ ਨਾ ਕਿ ਤੁਹਾਡਾ ਪਰਉਪਕਾਰ ਹੋਵੇਗਾ, ਮੈਂ ਸਾਰੀ ਜ਼ਿੰਦਗੀ ਤੁਹਾਡਾ ਅਹਿਸਾਨ ਮੰਨਾਂਗੀ ਜੇ ਤੁਸੀਂ ਮੇਰੀ ਭਰਜਾਈ ਸੁਲੱਖਣੀ ਨੂੰ ਇੱਥੇ ਮੇਰੇ ਕੋਲ ਛੱਡ ਜਾਓ। ਜਦੋਂ ਬੇਬੇ ਨਾਨਕੀ ਜੀ ਨੇ ਇਸ ਤਰ੍ਹਾਂ ਬਚਨ ਕਹੇ ਤੇ ਬਾਬਾ ਮੂਲ ਚੰਦ ਜੀ ਨੇ ਸੁਣੇ, ਅੱਗੋਂ ਬੋਲੇ, ਕਹਿਣ ਲੱਗੇ ਇਸ ਤਰ੍ਹਾਂ ਨਹੀਂ ਹੋ ਸਕਦਾ, ਮੈਂ ਆਪਣੀ ਧੀ ਸੁਲੱਖਣੀ ਨੂੰ ਇੱਥੇ ਛੱਡ ਕੇ ਨਹੀਂ ਜਾਣਾ। ਲੈ ਜਾਵਹਿੰਗੇ ਸੰਗ ਨਿਜ ਰਹਿਨ ਨਹਿਆ ਬਨ ਆਏ। ਮੈਂ ਤਾਂ ਆਪਣੀ ਧੀ ਨੂੰ ਨਾਲ ਲੈ ਕੇ ਜਾਣਾ, ਆਪਣੇ ਦੋਤਰਿਆਂ ਨੂੰ ਨਾਲ ਲੈ ਕੇ ਜਾਣਾ, ਇੱਥੇ ਇਹਨਾਂ ਦਾ ਰਹਿਣਾ ਨਹੀਂ ਬਣ ਪਾਉਂਦਾ, ਇੱਥੇ ਨਹੀਂ ਰਹਿ ਸਕਦੇ ਹੁਣ, ਕਿਉਂਕਿ ਕਿਹਦੇ ਆਸਰੇ ਰਹਿਣਗੇ? ਸਾਡਾ ਜਿਹੜਾ ਦਮਾਦ ਹੈ ਉਹ ਤਾਂ ਘਰ ਛੱਡ ਕੇ ਵਿਰਕਤ ਹੋ ਗਿਆ ਹੈ। ਚੌਪਈ ਬਹੁਰ ਨਾਨਕੀ ਬਚਨ ਉਚਾਰੇ। ਜਦੋਂ ਬਾਬੇ ਮੂਲ ਚੰਦ ਨੇ ਇਸ ਤਰ੍ਹਾਂ ਜਿੱਦ ਕੀਤੀ ਤੇ ਸੁਣ ਕੇ ਬੇਬੇ ਨਾਨਕੀ ਜੀ ਬੋਲੇ, ਸੁਨ ਮਾਸੀ ਨਹਿ ਜੋਰ ਹਮਾਰੇ। ਕੋਲੋਂ ਬੋਲੇ, ਲਾਗੇ ਮਾਤਾ ਬੈਠੀ ਸੀ, ਮਾਤਾ ਚੰਦੋ ਰਾਣੀ। ਬੇਬੇ ਨਾਨਕੀ ਜੀ ਕਹਿੰਦੇ, ਮਾਸੀ ਜੀ ਸੁਣੋ, ਸਾਡਾ ਕੋਈ ਜ਼ੋਰ ਨਹੀਂ ਹੈ, ਤੁਹਾਡੀ ਧੀ ਹੈ, ਤੁਹਾਡੇ ਦੋਤਰੇ ਨੇ, ਮੈਂ ਹੁਣ ਕੀ ਕਹਿ ਸਕਦੀ ਹਾਂ? ਬੇਬੇ ਨਾਨਕੀ ਜੀ ਵੀ ਹੁਣ ਇੱਥੇ ਬੇਵੱਸ ਨੇ, ਕਿਉਂਕਿ ਬਾਬਾ ਮੂਲ ਚੰਦ ਜੀ ਬੜੇ ਗੁੱਸੇ ਵਿੱਚ ਨੇ, ਕ੍ਰੋਧੀ ਨੇ। ਪਿੱਛੇ ਕਥਾ ਵਿੱਚ ਆਪ ਜੀ ਨੇ ਸੁਣਿਆ ਹੀ ਹੈ ਕਿ ਪਿਤਾ ਮਹਿਤਾ ਕਾਲੂ ਜੀ ਅੰਦਰ ਉਹਨਾਂ ਕ੍ਰੋਧ ਗੁੱਸਾ ਨਹੀਂ ਜਿੰਨਾ ਬਾਬਾ ਮੂਲ ਚੰਦ ਸਾਹਿਬ ਵਿੱਚ ਸੀ। ਤੋ ਇਸ ਕਰਕੇ ਬੇਬੇ ਨਾਨਕੀ ਬਾਬੇ ਮੂਲ ਚੰਦ ਨਾਲ ਗੱਲ ਨਹੀਂ ਕਰਦੀ। ਲਾਗੇ ਮਾਤਾ ਚੰਦੋ ਰਾਣੀ ਬੈਠੀ ਹੈ, ਮਾਤਾ ਸੁਲੱਖਣੀ ਦੇ ਮਾਤਾ ਜੀ ਨੇ, ਕਹਿਣ ਲੱਗੇ, ਮਾਸੀ ਜੀ ਸਾਡਾ ਕੋਈ ਜ਼ੋਰ ਨਹੀਂ, ਹਮਰੀ ਬਿਨਤੀ ਸੁਨੋ ਜੇ ਕਾਨਾ। ਮੈਂ ਤਾਂ ਬੇਨਤੀ ਕਰ ਸਕਦੀ ਹਾਂ, ਜੇ ਤੁਸੀਂ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣੋ। ਛੋਰ ਜਾਹੋ ਤੁਮ ਇਹ ਅਸਥਾਨਾ। ਤੁਸੀਂ ਜੇ ਇਹ ਅਸਥਾਨ ਛੱਡ ਕੇ ਚਲੇ ਗਏ, ਸੁਲਤਾਨਪੁਰ ਸਾਹਿਬ ਛੱਡ ਕੇ ਤਿਆਗ ਕੇ ਟੁਰ ਗਏ, ਸਭ ਕੀ ਸੁਧਲੇ ਵਹਿ ਕਰਤਾਰਾ। ਤੇ ਜੇ ਇਹਨਾਂ ਨੂੰ ਤੁਸੀਂ ਇੱਥੇ ਛੱਡ ਜਾਓਗੇ ਸੁਲੱਖਣੀ ਨੂੰ, ਤਾਂ ਤੁਸੀਂ ਬੇਫਿਕਰ ਹੋ ਜਾਓ, ਕਿਉਂਕਿ ਪ੍ਰਮਾਤਮਾ ਨੇ ਜਿਨ੍ਹਾਂ ਅਕਾਲ ਪੁਰਖ ਨੇ ਜੀ ਪੈਦਾ ਕੀਤੇ ਆ ਨਾ, ਉਹ ਸਾਰਿਆਂ ਦੀ ਸੁੱਧ ਸਾਰ ਵੀ ਲੈਂਦਾ। ਬੇਬੇ ਨਾਨਕੀ ਜੀ ਕਹਿੰਦੇ,
ਕਿਉਂਕਿ ਤੁਹਾਨੂੰ ਇਹ ਫਿਕਰ ਹੈ ਵੀ ਸਾਡੀ ਧੀ ਦਾ ਰਾਖਾ ਕੌਣ ਹੈ। ਇੱਥੇ ਕਰਤਾਰ ਅਕਾਲ ਪੁਰਖ ਤਾਂ ਹੈ ਨਾ, ਉਹ ਤਾਂ ਸਾਰਿਆਂ ਦੀ ਰੱਖਿਆ ਕਰਦਾ ਨਾ, ਉਹਦੇ ਤੋਂ ਬਿਨਾਂ ਤਾਂ ਕੋਈ ਦੂਜਾ ਰਖਵਾਲਾ ਨਹੀਂ। ਕਰਹਿ ਸੇਵ ਬਲ ਜਿਤੋ ਹਮਾਰਾ। ਤੇ ਮੈਂ ਇੱਥੇ ਬੈਠੀ ਆ, ਮੈਂ ਤਾਂ ਜ਼ਿੰਦਗੀ ਜਿੰਨਾ ਮੇਰੇ 'ਚ ਬਲ ਹੈ ਮੈਂ ਆਪਣੇ ਭਰਾ ਦੇ ਟੱਬਰ ਦੀ ਸੇਵਾ ਕਰਾਂਗੀ, ਮੈਂ ਆਪਣੇ ਭਰਾ ਦੇ ਪਰਿਵਾਰ ਦੀ ਸੇਵਾ ਕਰਾਂਗੀ। ਅਸਨ ਬਸਨ ਬਹੁ ਪ੍ਰਭ ਨੈ ਦੀਨਾ। ਮੇਰੇ ਕੋਲ ਘਰ 'ਚ ਕੋਈ ਕਮੀ ਨਹੀਂ, ਔਰ ਮੇਰੇ ਘਰ ਵਿੱਚ ਜੋ ਕੁਝ ਹੈ ਉਹ ਮੇਰੇ ਭਰਾ ਗੁਰੂ ਨਾਨਕ ਸਾਹਿਬ ਦਾ ਹੈ। ਨਾ ਮੇਰੇ ਘਰ ਵਿੱਚ ਕਿਸੇ ਕੱਪੜੇ ਦੀ ਕਮੀ ਹੈ, ਨਾ ਭੋਜਨ ਦੀ ਕਮੀ ਹੈ, ਕਿਸੇ ਵੀ ਵਸਤੂ ਦੀ ਕਮੀ ਨਹੀਂ। ਰਲ ਮਿਲ ਖਾਵਹਿ ਭੇਦ ਬਹੀਨਾ। ਅਸੀਂ ਬਿਨਾਂ ਕਿਸੇ ਫਰਕ ਤੋਂ ਮੈਂ ਆਪਣੀ ਭਰਜਾਈ ਨਾਲ, ਆਪਣੇ ਭਤੀਜਿਆਂ ਨਾਲ ਰਲ ਮਿਲ ਕੇ ਖਾਵਾਂਗੇ, ਕਿਸੇ ਤਰ੍ਹਾਂ ਦਾ ਕੋਈ ਫਰਕ ਇਹਦੇ ਨਾਲ ਨਹੀਂ ਰੱਖਾਂਗੇ। ਇਹ ਠਾਂ ਰਹਿਨ ਨਾ ਤੁਮ ਮਨ ਭਾਈ। ਜੇ ਤੁਹਾਡਾ ਮਨ ਨਹੀਂ ਭਾਉਂਦਾ ਕਿ ਸੁਲੱਖਣੀ ਇੱਥੇ ਰਹੇ, ਤੋ ਤਲਵੰਡੀ ਦੇਹੋ ਪੁਜਾਈ। ਤੇ ਫਿਰ ਏਦਾਂ ਕਰੋ ਵੀ ਮੇਰੇ ਮਾਤਾ ਪਿਤਾ ਜੀ ਤਲਵੰਡੀ ਨੇ, ਇਹਨਾਂ ਨੂੰ ਤੁਸੀਂ ਤਲਵੰਡੀ ਪਹੁੰਚਾ ਦਿਓ। ਪਰ ਏਦਾਂ ਆਪਣੇ ਘਰ ਪੇਕੇ ਘਰ ਜਾਂਦੀ ਮੇਰੀ ਭਰਜਾਈ ਨਹੀਂ ਚੰਗੀ ਲੱਗਦੀ, ਉਹਦਾ ਆਪਣਾ ਘਰ ਬਾਹਰ ਹੈ। ਜੇ ਤੁਸੀਂ ਇੱਥੇ ਨਹੀਂ ਛੱਡਣਾ ਤੇ ਤੁਸੀਂ ਕਿਸੇ ਤਰੀਕੇ ਨੂੰ ਫਿਰ ਤਲਵੰਡੀ ਪਹੁੰਚਾ ਦਿਓ, ਉੱਥੇ ਮੇਰੇ ਮਾਤਾ ਪਿਤਾ ਜੀ ਦੇ ਪਾਸ ਰਹੇਗੀ। ਰਹਿ ਸਾਸ ਕੇ ਨਿਕਟ ਸੁਖਾਰੀ। ਆਪਣੀ ਸੱਸ ਮਾਤਾ ਦੇ ਕੋਲ ਸੌਖੇ ਢੰਗ ਨਾਲ ਰਹੇਗੀ। ਕਰਹਿ ਸੁਪੋਤਰਨ ਕੀ ਪ੍ਰਤਪਾਰੀ। ਤੇ ਮੇਰੀ ਬਜ਼ੁਰਗ ਮਾਂ ਨੂੰ ਵੀ ਆਪਣੇ ਪੋਤਰੇ ਖਿਡਾਉਣ ਦਾ ਮੌਕਾ ਮਿਲ ਜਾਏਗਾ, ਉਹ ਆਪਣੇ ਪੋਤਰਿਆਂ ਨੂੰ ਖਿਡਾਵੇਗੀ, ਦੁਲਾਰ ਕਰੇਗੀ। ਤਿੰਨ ਕੇ ਮਨ ਕੀ ਜਾਨ ਜਰਾਮੂ। ਲਾਗੇ ਭਾਈਆ ਜੈ ਰਾਮ ਜੀ ਬੈਠੇ ਸੀ। ਜਦੋਂ ਇਹ ਗੱਲਾਂ ਬਾਤਾਂ ਹੋ ਰਹੀਆਂ ਨੇ ਤਾਂ ਕੋਲੋਂ ਭਾਈਆ ਜੈ ਰਾਮ ਜੀ ਬੋਲੇ, ਤਜਹਿ ਨਾ ਲੈ ਜਾਵਹਿ ਨਿਜ ਧਾਮੂ। ਵੇਖ ਲਿਆ ਭਾਈਏ ਜੈ ਰਾਮ ਨੇ ਵੀ ਇਹਨਾਂ ਨੇ ਹੁਣ ਇੱਥੇ ਛੱਡ ਕੇ ਨਹੀਂ ਜਾਣਾ ਸੁਲੱਖਣੀ ਨੂੰ। ਬਾਬਾ ਮੂਲ ਚੰਦ ਜੀ ਗੁੱਸੇ ਵਿੱਚ ਨੇ, ਇਹਨਾਂ ਨੇ ਤਾਂ ਲੈ ਕੇ ਜਾਣਾ ਹੀ ਜਾਣਾ ਆਪਣੇ ਘਰ, ਨਾ ਇਹਨਾਂ ਨੇ ਤਲਵੰਡੀ ਭੇਜਣਾ, ਨਾ ਇੱਥੇ ਸੁਲਤਾਨਪੁਰ ਸਾਹਿਬ ਛੱਡਣਾ। ਭਾਈਏ ਜੈ ਰਾਮ ਨੇ ਸਾਰੀ ਗੱਲ ਭਾਂਪ ਲਈ, ਵੇਖ ਲਿਆ। ਅਨੇਕ ਯਤਨ ਕਰ ਰਹੇ ਨ ਮਨ ਹੈ। ਵੀ ਅਨੇਕਾਂ ਯਤਨ ਕਰ ਲਏ ਨੇ, ਨਾਨਕੀ ਨੇ ਅਨੇਕਾਂ ਤਰ੍ਹਾਂ ਨਾਲ ਬੇਨਤੀਆਂ ਕਰ ਲਈਆਂ ਨੇ, ਇਹ ਨਹੀਂ ਮੰਨੇ। 300 ਇਹ ਵਿਦ ਬਚਨ ਬਖਾਨ ਹੈ। ਇਹ ਸਭ ਕੁਝ ਵੇਖ ਪੜਤਾਲ ਕਰਕੇ ਭਾਈਆ ਜੈ ਰਾਮ ਜੀ ਬੋਲੇ, ਦੋਹਰਾ ਸ੍ਰੀ ਚੰਦ ਕੋ ਛੋਰੀਏ ਲੈ ਜਾਵੋ ਤੇ ਮਾਤ। ਫਿਰ ਬੋਲੇ ਭਾਈਆ ਜੈ ਰਾਮ ਜੀ ਨੇ ਵੇਖਿਆ ਵੀ ਨਾਨਕੀ ਨੇ ਤਾਂ ਰਹਿਣਾ ਨਹੀਂ ਬਾਬੇ ਸ਼੍ਰੀ ਚੰਦ ਬਿਨਾਂ, ਕਿਉਂਕਿ ਬਾਬਾ ਸ਼੍ਰੀ ਚੰਦ ਜੀ ਨੂੰ ਬੇਬੇ ਨਾਨਕੀ ਦੀ ਝੋਲੀ ਪਾਇਆ ਸੀ ਗੁਰੂ ਨਾਨਕ ਸਾਹਿਬ ਨੇ। ਤੋ ਭਾਈਆ ਜੈ ਰਾਮ ਜੀ ਕੋਲੋਂ ਬੋਲੇ, ਕਹਿੰਦੇ ਚੰਗਾ ਮਾਸੜ ਜੀ, ਫਿਰ ਏਦਾਂ ਕਰੋ, ਜੇ ਤੁਸੀਂ ਸੁਲੱਖਣੀ ਜੀ ਨੂੰ ਭਰਜਾਈ ਜੀ ਹੋਣਾ ਨੂੰ ਲੈ ਕੇ ਜਾਣਾ ਲੈ ਜਾਓ, ਪਰ ਤੁਸੀਂ ਵੱਡੇ ਸਾਹਿਬਜ਼ਾਦੇ ਜੋ ਗੁਰੂ ਨਾਨਕ ਪਾਤਸ਼ਾਹ ਦੇ ਨੇ, ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਇਹਨਾਂ ਨੂੰ ਇੱਥੇ ਛੱਡ ਜਾਓ। ਬਹੁ ਝਗਰੇ ਸੋ ਮਨੇ ਇਵ ਭੀ ਸਲਾਹ ਇਹ ਭਾਂਤ। ਕਹਿੰਦੇ ਪਹਿਲਾਂ ਇੱਥੇ ਵੀ ਨਾ ਮੰਨੇ, ਬਾਬਾ ਮੂਲ ਚੰਦ ਜੀ ਨੇ ਕਾਫੀ ਝਗੜਾ ਕੀਤਾ, ਅਖੀਰ ਨੂੰ ਇਹ ਫੈਸਲਾ ਹੋ ਗਿਆ ਕਿ ਚਲੋ ਬਾਬਾ ਸ਼੍ਰੀ ਚੰਦ ਜੀ ਨੂੰ ਅਸੀਂ ਇੱਥੇ ਨਾਨਕੀ ਜੀ ਕੋਲ ਛੱਡ ਜਾਂਦੇ ਹਾਂ, ਔਰ ਛੋਟੇ ਨੂੰ ਔਰ ਬਾਬਾ ਲਖਮੀ ਦਾਸ ਜੀ ਨੂੰ ਔਰ ਸੁਲੱਖਣੀ ਜੀ ਨੂੰ ਅਸੀਂ ਆਪਣੇ ਨਾਲ ਲੈ ਜਾਂਦੇ ਹਾਂ। ਇਹ ਫੈਸਲਾ ਹੋ ਗਿਆ। ਚੌਪਈ ਸ੍ਰੀ ਚੰਦ ਜੋ ਰਹੇ ਅਵਾਸੂ। ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਜੇ ਇੱਥੇ ਰਹਿਣਗੇ ਤਦਪ ਉਰ ਮੁਝ ਬਹੁ ਤੇਰ ਵਾਸੂ। ਬੇਬੇ ਨਾਨਕੀ ਜੀ ਕਹਿੰਦੇ ਫਿਰ ਵੀ ਮੇਰੇ ਮਨ ਨੂੰ ਹੌਸਲਾ ਹੋਵੇਗਾ ਵੀ ਮੇਰੇ ਭਰਾ ਦੀ ਅੰਸ਼ ਮੇਰੇ ਕੋਲ ਹੈ, ਪਰ ਜੇ ਤੁਸੀਂ ਸਾਰਿਆਂ ਨੂੰ ਲੈ ਜਾਓਗੇ ਤੇ ਮੇਰਾ ਮਨ ਉਧਰ ਜਾਏਗਾ, ਮੇਰਾ ਮਨ ਇੱਕਦਮ ਵਿਆਕੁਲ ਹੋ ਜਾਏਗਾ, ਬੇਬਲ ਹੋ ਜਾਏਗਾ। ਤੇ ਜੇ ਤੁਸੀਂ ਬਾਬਾ ਸ਼੍ਰੀ ਚੰਦ ਜੀ ਨੂੰ ਇੱਥੇ ਛੱਡ ਜਾਂਦੇ ਹੋ ਤਾਂ ਇਹਦੇ ਨਾਲ ਮੇਰਾ ਮਨ ਰਾਜੀ ਰਹੇਗਾ ਕਿ ਚਲੋ ਮੇਰੇ ਭਰਾ ਦੀ ਅੰਸ਼ ਬੰਸ ਇੱਥੇ ਆ, ਮੈਂ ਉਹਦੇ ਦਰਸ਼ਨ ਕਰ ਰਹੀ ਹਾਂ। ਲੇਤ ਦੇਤ ਮਾਸੀ ਸੁਧ ਰਹੀਏ। ਇਹ ਗੱਲਬਾਤ ਹੋ ਗਈ। ਨਾਲ ਆਖਿਆ ਬੇਬੇ ਨਾਨਕੀ ਨੇ, ਮਾਸੀ ਜੀ ਖਬਰਸਾਰ ਦਿੰਦੇ ਲੈਂਦੇ ਰਹੋ, ਰਾਜੀ ਖੁਸ਼ੀ ਦਾ ਸੁਨੇਹਾ। ਐਸਾ ਨਾ ਹੋਵੇ ਕਿ ਬਿਲਕੁਲ ਹੀ ਸਾਡੇ ਨਾਲੋਂ ਸਾਂਝ ਤੋੜ ਲਵੋ। ਸੁੱਖ ਸੁਨੇਹਾ ਤੁਸੀਂ ਵੀ ਭੇਜਦੇ ਰਹੋ, ਅਸੀਂ ਵੀ ਇਧਰੋਂ ਸੁੱਖ ਸੁਨੇਹਾ ਤੁਹਾਡਾ ਪੁੱਛਦੇ ਰਹਾਂਗੇ। ਆਵਤ ਜਾਤ ਸੰਦੇਸੇ ਕਹੀਏ। ਕੋਈ ਉੱਥੋਂ ਆਵੇ ਇਧਰ ਸੁਲਤਾਨਪੁਰ ਸਾਹਿਬ ਤੇ ਆਪਣਾ ਸੁਨੇਹਾ ਭੇਜ ਦਿਆ ਕਰੋ ਵੀ ਅਸੀਂ ਰਾਜੀ ਖੁਸ਼ੀ ਹਾਂ। ਇਧਰੋਂ ਸਾਡੇ ਵੱਲੋਂ ਕੋਈ ਤੁਹਾਡੇ ਕੋਲ ਜਾਏਗਾ ਬਟਾਲੇ ਤਾਂ ਅਸੀਂ ਇਧਰੋਂ ਸੁੱਖ ਸੁਨੇਹਾ ਭੇਜ ਦਿਆ ਕਰਾਂਗੇ।
ਖਾਲਸਾ ਜੀ ਉਹਨਾਂ ਵੇਲਿਆਂ ਵਿੱਚ ਇਸੇ ਤਰੀਕੇ ਨਾਲ ਹੀ ਸੁਖ ਸੁਨੇਹੇ ਭੇਜਦੇ ਸੀ। ਜਦੋਂ ਕਿਸੇ ਨੇ ਇੱਕ ਨਗਰ ਤੋਂ ਦੂਜੇ ਨਗਰ ਤੇ ਜਾਣਾ ਤੇ ਸੰਬੰਧੀਆਂ ਦੇ ਹੋਣਾ ਉੱਥੇ ਦੂਜੇ ਨਗਰ ਵਿੱਚ, ਤੇ ਜਾਣ ਤੋਂ ਪਹਿਲਾਂ ਉਹਨੇ ਪੁੱਛ ਲੈਣਾ ਆਪਣੇ ਸਾਥੀਆਂ ਨੂੰ, ਭਾਈ ਤੁਹਾਡਾ ਫਲਾਣਾ ਰਿਸ਼ਤੇਦਾਰ ਉੱਥੇ ਰਹਿੰਦਾ ਹੈ, ਮੈਂ ਚੱਲਿਆ, ਕੋਈ ਸੁੱਖ ਸੁਨੇਹਾ ਭੇਜਣਾ, ਕੋਈ ਖਬਰ ਭੇਜਣੀ ਆ ਤਾਂ ਦੱਸੋ। ਅੱਜ ਵਾਂਗੂ ਫੋਨ ਤਾਂ ਨਹੀਂ ਸੀ ਨਾ, ਚਿੱਠੀ ਪੱਤਰ ਵੀ ਬਹੁਤ ਵਿਰਲੇ ਵਿਰਲੇ ਹੁੰਦੇ ਸੀ। ਤੇ ਫਿਰ ਉਹ ਕਹਿੰਦੇ ਸੀ ਵੀ ਸਾਡਾ ਸੁਨੇਹਾ ਦੇ ਦੇ ਵੀ ਰਾਜੀ ਖੁਸ਼ੀ ਨੇ, ਕੋਈ ਹੋਰ ਉਧਰੋਂ ਸੁਨੇਹਾ ਉਹਨੇ ਵਾਪਸ ਲੈ ਕੇ ਜਾਣਾ। ਇਦਾਂ ਆਪਸ ਵਿੱਚ ਮੇਲ ਜੋਲ ਰਹਿੰਦਾ ਸੀ। ਬੇਬੇ ਨਾਨਕੀ ਜੀ ਕਹਿੰਦੇ ਵੀ ਸੁੱਖ ਸੁਨੇਹਾ ਤੁਸੀਂ ਵੀ ਭੇਜਦੇ ਰਹੋ ਉੱਥੋਂ, ਅਸੀਂ ਵੀ ਇੱਧਰੋਂ ਆਪਣਾ ਸੁੱਖ ਸੁਨੇਹਾ ਭੇਜਦੇ ਰਹਾਂਗੇ। ਬਿਸਰ ਨ ਜਾਈਐ ਉਰਹਿਤ ਧਰੀਏ। ਮਾਸੀ ਜੀ ਕਿਤੇ ਮਨੋ ਵਿਸਾਰ ਨਾ ਦਿਓ, ਮੇਰੇ ਪ੍ਰਤੀ ਸਾਡੇ ਪ੍ਰਤੀ ਆਪਣੇ ਮਨ 'ਚ ਪ੍ਰੇਮ ਰੱਖਿਓ। ਕਦੇ ਆਪ ਆਵਨ ਮਨ ਕਰੀਏ। ਜੇ ਕਦੇ ਮਨ ਕਰੇ ਤੇ ਆ ਕੇ ਪਹੁੰਚ ਵੀ ਜਾਇਆ ਕਰੋ। ਐਸਾ ਨਾ ਸਮਝਿਓ ਕਿ ਸ਼੍ਰੀ ਚੰਦ ਜੀ ਸਾਡੇ ਹੀ ਨੇ, ਸੁਲੱਖਣੀ ਦਾ ਮਨ ਕਰੇਗਾ ਆਪਣੇ ਪੁੱਤ ਨੂੰ ਮਿਲਣ ਵਾਸਤੇ ਤੇ ਇਹਨਾਂ ਨੂੰ ਨਾਲ ਲੈ ਕੇ ਆ ਜਾਇਆ ਕਰੋ, ਬੇਸ਼ੱਕ ਨਿਝੱਕ ਹੋ ਕੇ ਆ ਜਾਇਆ ਕਰੋ। ਹਮਰੇ ਅਵਗੁਣ ਮਨ ਨ ਵਿਚਰੀਏ। ਵੇਖੋ ਬੇਬੇ ਨਾਨਕੀ ਦੀ ਵਿਨਮਰਤਾ, ਕਹਿੰਦੇ ਮਾਸੀ ਸਾਡੇ ਔਗਣ ਨਾ ਚਿਤਾਰਿਓ। ਭਲਾ ਬੇਬੇ ਨਾਨਕੀ 'ਚ ਕੋਈ ਔਗਣ ਹੈ? ਇੱਕ ਵੀ ਔਗਣ ਨਹੀਂ ਬੇਬੇ ਨਾਨਕੀ ਵਿੱਚ। ਜਿਵੇਂ ਸੂਰਜ ਵਿੱਚ ਹਨੇਰੇ ਦੀ ਕਲਪਨਾ ਨਹੀਂ ਨਾ ਕੀਤੀ ਜਾ ਸਕਦੀ, ਕਦੇ ਸੂਰਜ ਵਿੱਚ ਹਨੇਰੇ ਦੀ ਕਲਪਨਾ ਕਰ ਸਕਦੇ ਆ? ਭਲਾ ਨਹੀਂ ਕਰ ਸਕਦੇ ਨਾ। ਏਦਾਂ ਬੇਬੇ ਨਾਨਕੀ ਵਿੱਚ ਕਦੇ ਕਿਸੇ ਔਗਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪਰ ਫਿਰ ਵੀ ਬੇਬੇ ਨਾਨਕੀ ਜੀ ਕਹਿ ਰਹੇ ਨੇ, ਮਾਸੀ ਜੀ ਸਾਡੇ ਔਗਣ ਨਾ ਵਿਚਾਰਿਓ। ਪਾਛਲ ਰੋਸ ਸਰਬ ਸੋ ਹਰੀਏ। ਪਿਛਲੇ ਜੇ ਕੋਈ ਮਨ 'ਚ ਰੋਸ ਨੇ ਤੁਹਾਡੇ, ਕਈ ਤਰ੍ਹਾਂ ਦੇ ਪਰਿਵਾਰਕ ਰੋਸ ਹੁੰਦੇ ਆ, ਜੇ ਕੋਈ ਤੁਹਾਡੇ ਮਨ 'ਚ ਸਾਡੇ ਪ੍ਰਤੀ ਰੋਸਾ ਹੋਵੇ, ਕੋਈ ਮਨ 'ਚ ਨਾਰਾਜ਼ਗੀ ਹੋਵੇ ਤੇ ਆਪਣੇ ਨੇ ਰੋਸਿਆਂ ਨੂੰ, ਨਾਰਾਜ਼ਗੀ ਨੂੰ ਨਿਵਾਰ ਦਿਓ, ਦੂਰ ਕਰ ਦਿਓ। ਭਇਓ ਤਿਆਰ ਚਲਨ ਕੋ ਜਬ ਹੀ। ਇਸ ਤਰ੍ਹਾਂ ਬਾਬਾ ਮੂਲ ਚੰਦ ਜੀ ਹੋਣਾ ਨੇ ਚੱਲਣ ਦੀ ਤਿਆਰੀ ਕਰ ਲਈ। ਮਿਲੀ ਸੁਲੱਖਣੀ ਹਿਤ ਕਰ ਤਬ ਹੀ। ਔਰ ਮਾਤਾ ਸੁਲੱਖਣੀ ਜੀ ਬੜੇ ਹਿੱਤ ਨਾਲ ਬੇਬੇ ਨਾਨਕੀ ਜੀ ਨੂੰ ਮਿਲੇ। ਲੋਚਨ ਨੀਰ ਬਿਮੋਚਤ ਦੋ। ਅੱਖਾਂ ਤੋਂ ਨੇਤਰਾਂ ਤੋਂ ਨੀਰ ਵਹਾਉਂਦੇ ਮਾਤਾ ਸੁਲੱਖਣੀ, ਔਰ ਬੇਬੇ ਨਾਨਕੀ ਜੀ ਦੇ ਨੇਤਰਾਂ ਵਿੱਚੋਂ ਵੀ ਨੀਰ ਵਹਿ ਰਿਹਾ ਹੈ। ਭਾਈ ਬਿਰਹਿ ਤੇ ਦੁਖੀਆ ਸੋ। ਵਿਛੋੜੇ ਦੀ ਤੜਫ ਹੈ, ਵਿਛੋੜੇ ਦੀ ਪੀੜਾ ਕਰਕੇ ਦੋਹਾਂ ਪਾਸੇ ਵਿਆਕੁਲਤਾ ਤੇ ਦੁੱਖ ਹੈ। ਦੋਹਰਾ ਪ੍ਰੇਮ ਹਿਰਦੈ ਗਦ ਗਦ ਗਿਰਾ। ਧਰਿਓ ਚਰਨ ਪਰ ਸੀਸ। ਹਿਰਦਾ ਪ੍ਰੇਮ ਨਾਲ ਭਰਿਆ ਹੋਇਆ, ਕੰਠ ਗਦ ਗਦ ਹੋ ਰਿਹਾ। ਮਾਤਾ ਸੁਲੱਖਣੀ ਜੀ ਨੇ ਆਪਣੀ ਵੱਡੀ ਨਨਾਣ ਬੇਬੇ ਨਾਨਕੀ ਦੇ ਚਰਨਾਂ ਤੇ ਮੱਥਾ ਟੇਕਿਆ, ਸਿਰ ਧਰ ਕੇ ਬੜੇ ਪਿਆਰ ਨਾਲ ਪ੍ਰਣਾਮ ਕੀਤੀ ਹੈ। ਲਾਏ ਗਰੇ ਸੋ ਨਾਨਕੀ ਹਿਤ ਸੋ ਦੀਨ ਅਸੀਸ। ਬੇਬੇ ਨਾਨਕੀ ਨੇ ਮਾਤਾ ਸੁਲੱਖਣੀ ਨੂੰ ਘੁੱਟ ਕੇ ਆਪਣੇ ਗਲ ਨਾਲ ਲਾਇਆ, ਸਿਰ ਤੇ ਹੱਥ ਧਰਿਆ ਤੇ ਆਪਣੇ ਮੁਖੋਂ ਅਸੀਸਾਂ ਦਿੱਤੀਆਂ ਹਨ। ਚੌਪਈ ਲਖਮੀ ਦਾਸ ਸੀਸ ਕਰ ਫੇਰਾ। ਲਖਮੀ ਦਾਸ ਨੂੰ ਬੇਬੇ ਨਾਨਕੀ ਨੇ ਆਪਣੀ ਗੋਦੀ 'ਚ ਲੈ ਕੇ ਮੱਥਾ ਚੁੰਮਿਆ, ਸਿਰ ਦੇ ਉੱਤੇ ਹੱਥ ਫੇਰਿਆ ਹੈ। ਕਰਤ ਦੁਲਾਰ ਪ੍ਰੇਮ ਬਹੁ ਬੇਰਾ। ਤੇ ਬੜਾ ਦੁਲਾਰ ਕੀਤਾ, ਮਨ 'ਚ ਬੜਾ ਹੀ ਪ੍ਰੇਮ ਹੈ ਬੇਬੇ ਨਾਨਕੀ ਦੇ ਆਪਣੇ ਭਤੀਜੇ ਲਖਮੀ ਦਾਸ ਜੀ ਪ੍ਰਤੀ। ਆਨਨ ਭਨਤ ਨ ਜਾਣਤ ਤਿਨ ਕੋ। ਔਰ ਕਹਿੰਦੇ ਮੁਖੋਂ, ਹਾਂਜੀ, ਆਨਤ ਭਨਤ ਨ ਜਾਣਤ ਤਿਨ ਕੋ। ਕਹਿੰਦੇ ਹੋਰ ਕੁਝ ਕਿਹਾ ਨਹੀਂ ਜਾ ਰਿਹਾ ਮੁਖ ਤੋਂ। ਹੇਰ ਬਿਰਹਿ ਹੋਵਤ ਦੁਖ ਮਨ ਕੋ। ਵਿਛੋੜੇ ਦੀ ਤੜਫ ਵੇਖ ਕੇ ਮਨ ਨੂੰ ਦੁੱਖ ਹੋ ਰਿਹਾ ਹੈ। ਸ੍ਰੀ ਚੰਦ ਕੋ ਲੈ ਨਿਜ ਅੰਕਾ। ਮਾਤਾ ਸੁਲੱਖਣੀ ਜੀ ਕੁਝ ਬੋਲ ਨਹੀਂ ਰਹੇ, ਮਨ 'ਚ ਵਿਛੋੜੇ ਦੀ ਤੜਫ ਹੈ। ਧਨ ਹੈ ਮਾਂ ਸੁਲੱਖਣੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਤਾਂ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਹੈ ਨਹੀਂ, ਪਰ ਮਾਤਾ ਸੁਲੱਖਣੀ ਦੀ ਅਵਸਥਾ ਵੀ ਕੋਈ ਛੋਟੀ ਅਵਸਥਾ ਨਹੀਂ ਹੈ। ਕਿਤਨਾ ਜੀਵਨ ਮਾਤਾ ਸੁਲੱਖਣੀ ਨੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਉਡੀਕ ਕਰਦਿਆਂ ਬਤੀਤ ਕੀਤਾ ਹੈ। ਆਪਣੇ ਪਤੀ ਨਾਲੋਂ ਵਿਛੋੜਾ ਹੋ ਰਿਹਾ ਹੈ,
ਮੁਖ ਤੋਂ ਨਹੀਂ ਕੁਝ ਬੋਲਦੇ, ਪਰ ਹਿਰਦੇ 'ਚ ਵੇਦਨ ਹੈ, ਪੀੜਾ ਹੈ। ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਮਾਤਾ ਸੁਲੱਖਣੀ ਜੀ ਨੇ ਘੁੱਟ ਕੇ ਗਲ ਬੱਕੜੀ 'ਚ ਲਿਆ ਹੈ, ਮੱਥਾ ਚੁੰਮਿਆ ਹੈ। ਸੂੰਗਤ ਮਾਤਾ ਬਦਨ ਮਯੰਕਾ, ਚੰਦਰਮਾ ਜੈਸਾ ਸੁੰਦਰ ਮੁਖੜਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਮੱਥਾ ਚੁੰਮਦੇ ਹਨ। ਜਿਉ ਗੋ ਬਤ ਸਹਿ ਤਜ ਨ ਸਕਾਈ, ਜਿਵੇਂ ਕੋਈ ਗਊ ਆਪਣੇ ਵਤਸ਼ਲ ਨੂੰ ਨਹੀਂ ਨਾ ਤਿਆਗ ਸਕਦੀ, ਏਦਾਂ ਮਾਤਾ ਸੁਲੱਖਣੀ ਦਾ ਮਨ ਨਹੀਂ ਪਿਆ ਕਰਦਾ ਕਿ ਮੈਂ ਆਪਣੇ ਸਪੂਤ ਬਾਬਾ ਸ਼੍ਰੀ ਚੰਦ ਜੀ ਨੂੰ ਤਿਆਗ ਕੇ ਜਾਵਾਂ, ਛੱਡ ਕੇ ਜਾਵਾਂ। ਤਿਉ ਲਗਾਏ ਗਰ ਛੇਰਤ ਨਾਹੀ, ਔਰ ਬਾਰ-ਬਾਰ ਘੁੱਟ-ਘੁੱਟ ਕੇ ਗਲ ਨਾਲ ਲਾਉਂਦੇ ਮਾਤਾ ਸੁਲੱਖਣੀ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ, ਤਿਆਗਦੇ ਨਹੀਂ, ਛੱਡਦੇ ਨਹੀਂ। ਰੁਦਨ ਆਸ਼ਰ ਸੋ ਬਦਨ ਪਿਗੋਏ, ਅੱਖਾਂ ਦੇ ਨੇਤਰਾਂ ਦੇ ਜਲ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਕੱਪੜੇ ਭੇਜ ਦਿੱਤੇ ਨੇ ਮਾਤਾ ਸੁਲੱਖਣੀ ਨੇ। ਨੇਤਰਾਂ ਦੇ ਜਲ ਨਾਲ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਵਸਤਰ ਭਿੱਜ ਗਏ ਹਨ। ਦੋਹੇ ਦਿਸ਼ ਮੋਹ ਵਿਖੈ ਮਨ ਭੋਏ, ਦੋਹਾਂ ਪਾਸਿਓਂ ਮਨ 'ਚ ਮੋਹ ਹੈ, ਮਮਤਾ ਦੀ ਬਿਰਤੀ ਹੈ। ਸ਼੍ਰੀ ਜੈ ਰਾਮ ਨਾਨਕੀ ਦੋ, ਇਧਰ ਭਾਈਆ ਜੈ ਰਾਮ ਜੀ ਔਰ ਬੇਬੇ ਨਾਨਕੀ ਜੀ ਦੋਵੇਂ। ਲੋਚਨ ਤੇ ਜਲ ਮੋਚਤ ਸੋ, ਦੰਪਤੀ ਦੇ ਨੇਤਰਾਂ ਵਿੱਚੋਂ ਨੀਰ ਵਹਿ ਰਿਹਾ ਹੈ, ਦੋਨਾਂ ਦੀਆਂ ਅੱਖਾਂ ਵਿੱਚੋਂ ਜਲ ਵਹਿ ਰਿਹਾ ਹੈ। ਰੁਦਨ ਕਰਤ ਸਭ ਦਾਸੀ ਦਾਸਾ, ਜਿੰਨੇ ਦਾਸੀਆਂ ਦਾਸ ਨੇ ਕੋਲ ਖੜੇ, ਉਹਨਾਂ ਦੇ ਨੇਤਰ ਵੀ ਸਜਲ ਨੇ, ਭਰੇ ਹੋਏ ਨੇ। ਬਿਰਹਿ ਜਨਤ ਮਨ ਭਾ ਦੁਖ ਰਾਸਾ, ਮਾਨੋ ਇਸ ਮੌਕੇ ਦੇ ਉੱਤੇ ਬਿਰਹਾ ਜਨਮ ਲੈ ਕੇ ਸਾਹਮਣੇ ਆ ਗਿਆ। ਏਦਾਂ ਜਾਪਦਾ ਵੀ ਬਿਰਹਾ ਦਾ ਹੀ ਸਰੂਪ ਬਣ ਗਏ ਨੇ ਸਾਰੇ, ਜੋ ਅਤ ਦੁਖਦਾਈ ਹੈ। ਮੂਲ ਚੰਦ ਪੁਨ ਚੰਦੂ ਰਾਨੀ, ਬਾਬਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਜੀ ਰੋਦਨ ਕਰਤ ਬਿਕੁਲ ਪੀਬਾਨੀ, ਉਹਨਾਂ ਦੇ ਨੇਤਰ ਵੀ ਭਰੇ ਹੋਏ ਨੇ, ਮੁਖੋਂ ਉਹਨਾਂ ਦੇ ਕੋਲੋਂ ਵੀ ਬੋਲ ਨਹੀਂ ਹੁੰਦਾ, ਵਿਆਕੁਲ ਹੋ ਰਹੇ ਹਨ। ਨਗਰ ਨਾਰ ਮਿਲਨੇ ਜੋ ਆਈ, ਮਾਤਾ ਸੁਲੱਖਣੀ ਦੇ ਨਾਲ ਸਨੇਹ ਰੱਖਣ ਵਾਲੀਆਂ ਜਿਹੜੀਆਂ ਨਗਰ ਦੀਆਂ ਇਸਤਰੀਆਂ ਸੀ, ਉਹ ਇਸਤਰੀਆਂ ਵੀ ਚੱਲ ਕੇ ਆਈਆਂ। ਸਭ ਲੋਚਨ ਜਲ ਧਾਰ ਬਹਾਈ, ਉਹਨਾਂ ਦੇ ਨੇਤਰਾਂ ਵਿੱਚੋਂ ਵੀ ਜਲ ਵਹਿ ਰਿਹਾ ਹੈ। ਇਸ ਮੌਕੇ ਦੇ ਉੱਤੇ ਉਹ ਵੀ ਨੇਤਰਾਂ ਚੋਂ ਨੀਰ ਵਹਾ ਰਹੀਆਂ ਨੇ। ਬਾਰ ਬਾਰ ਮਿਲ ਕਰ ਬਹੁ ਭਾਂਤੀ, ਬਾਰ-ਬਾਰ ਮਾਤਾ ਸੁਲੱਖਣੀ ਨੂੰ ਗਲ ਬੱਕੜੀ ਪਾ ਕੇ ਮਿਲਦੀਆਂ ਹਨ। ਬਹੁਰ ਬਹੁਰ ਭਰ ਆਵਤ ਛਾਤੀ, ਤੇ ਮਿਲ ਕੇ ਫਿਰ ਗਲਾ ਭਰ ਆਉਂਦਾ, ਉਹਨਾਂ ਦਾ ਨੇਤਰ ਭਰ ਆਉਂਦੇ ਹਨ। ਦਿਨ ਬਹੁ ਚੜਿਓ ਪੰਥ ਵਡ ਜਾਨਾ, ਕਹਿੰਦੇ ਇੰਨੇ ਨੂੰ ਬਾਬਾ ਮੂਲ ਚੰਦ ਜੀ ਕੋਲੋਂ ਬੋਲੇ, ਕਹਿੰਦੇ ਭਾਈ ਦਿਨ ਵੱਡਾ ਚੜ ਗਿਆ ਤੇ ਪੈਂਡਾ ਬੜਾ ਲੰਮਾ, ਅਸੀਂ ਦੂਰ ਜਾਣਾ। ਚਲੋ ਸਮੂਲੇ ਬਚਨ ਬਖਾਨਾ, ਚਲੋ ਭਾਈ ਹੁਣ ਦੇਰੀ ਨਾ ਕਰੋ, ਜਾਣਾ ਤਾਂ ਹੁਣ ਪੈਣਾ ਹੀ ਹੈ। ਦਿਨ ਵੱਡਾ ਚੜ ਗਿਆ ਤੇ ਪੈਂਡਾ ਬੜਾ ਲੰਮਾ, ਛੇਤੀ ਕਰੋ ਆਪਾਂ ਚੱਲੀਏ। ਲਖਮੀ ਦਾਸ ਲੈ ਕਰ ਮਾਤਾ ਜੀ ਨੇ ਬਾਬਾ ਲਖਮੀ ਦਾਸ ਜੀ ਨੂੰ ਆਪਣੀ ਗੋਦੀ 'ਚ ਚੁੱਕਿਆ ਹੋਇਆ ਹੈ। ਗਮਨੀ ਤਬਹਿ ਸੰਗ ਨਿਜ ਤਾਤਾ, ਔਰ ਆਪਣੇ ਪਿਤਾ ਬਾਬਾ ਮੂਲ ਚੰਦ ਸਾਹਿਬ ਜੀ ਦੇ ਨਾਲ ਮਾਤਾ ਸੁਲੱਖਣੀ ਜੀ ਚੱਲ ਪਏ। ਸ੍ਰੀ ਚੰਦ ਜੀ ਪੁਰ ਸੁਲਤਾਨਾ, ਔਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਆਪਣੀ ਭੂਆ ਬੇਬੇ ਨਾਨਕੀ ਜੀ ਦੇ ਪਾਸ ਸੁਲਤਾਨਪੁਰ ਸਾਹਿਬ ਰਹਿ ਗਏ। ਰਹੇ ਨਾਨਕੀ ਢਿਗ ਸੁਖ ਦਾਨਾ, ਸੁਖ ਦਾਤੇ ਹਨ। ਬਾਬਾ ਸ਼੍ਰੀ ਚੰਦ ਜੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਵੰਸ਼ਜ ਨੇ ਔਰ ਅਨੇਕ ਸੁਖ ਦਾਨ ਦੇਣ ਦੀ ਸਮਰੱਥਾ ਰੱਖਦੇ ਹਨ। ਉਹ ਬੇਬੇ ਨਾਨਕੀ ਜੀ ਦੇ ਪਾਸ ਰਹੇ ਨੇ। ਲੈ ਕਰ ਮੂਲਾ ਤਨੀਆ ਸੰਗਾ, ਇਧਰ ਬਾਬਾ ਮੂਲ ਚੰਦ ਜੀ ਆਪਣੀ ਧੀ ਰਾਣੀ ਤੇ ਛੋਟੇ ਦੋਤਰੇ ਨੂੰ ਨਾਲ ਲੈ ਕੇ ਗਇਓ ਨਗਰ ਨਿਜ ਜਿਹ ਮਨ ਭੰਗਾ, ਮਨ ਬੜਾ ਮਾਯੂਸ ਹੈ, ਦੁਖੀ ਹੈ ਔਰ ਆਪਣੇ ਨਗਰ ਬਟਾਲੇ ਨੂੰ ਚਲੇ ਗਏ। ਤਬ ਤੇ ਰਹੀ ਸੁਲੱਖਣੀ ਤਹਿਵਾ, ਉਸ ਦਿਨ ਤੋਂ ਬਾਅਦ ਫਿਰ ਮਾਤਾ ਸੁਲੱਖਣੀ ਜੀ ਬਾਬਾ ਮੂਲ ਚੰਦ ਜੀ ਦੇ ਕੋਲ ਹੀ ਰਹੇ। ਜਨਨ ਜਨਕ ਕੇ ਸਾਧਨ ਹੈ ਜਿਹਵਾ, ਔਰ ਜਿੱਥੇ ਇਹਨਾਂ ਦੇ ਮਾਤਾ ਪਿਤਾ ਦੇ ਘਰ ਨੇ, ਯਾਨੀ ਕਿ ਬਟਾਲੇ ਨਗਰ 'ਚ ਹੀ ਰਹੇ। ਕਰਤ ਦੋਹਿਤੀ ਕੀ ਪ੍ਰਤਪਾਲਾ, ਮਾਤਾ ਸੁਲੱਖਣੀ ਜੀ ਦੇ ਮਾਤਾ ਪਿਤਾ ਆਪਣੇ ਦੋਤਰੇ ਦੀ ਪ੍ਰਤਪਾਲਣਾ ਕਰਦੇ ਹਨ। ਲਾਲਤ ਮੂਲ ਆਨੰਦ ਬਿਸਾਲਾ, ਔਰ ਬੜਾ ਲਾਡ ਲਡਾਉਂਦੇ ਬਾਬਾ ਮੂਲ ਚੰਦ ਜੀ ਬਾਬਾ ਲਖਮੀ ਦਾਸ ਜੀ ਨਾਲ। ਦੋਹਰਾ
ਵਿਖ ਕੋ ਚਾਲ ਕਲ ਕਾਲ ਕੋ ਧਰ ਪਰ ਵਪ ਧਰ ਜਾਹੇ। ਕਹਿੰਦੇ ਸੰਸਾਰ ਦੇ ਕਲੀ ਕਾਲ ਦੇ ਮਾੜੇ ਚਾਲ ਚੱਲਣ ਨੂੰ ਵੇਖ ਕੇ ਅਕਾਲ ਪੁਰਖ ਜੀ ਇਸ ਮਾਤ ਲੋਕ ਦੀ ਧਰਤੀ ਤੇ ਮਨੁੱਖੀ ਸਰੀਰ ਧਾਰਨ ਕਰਕੇ ਆਏ ਹਨ। ਪੂਰਨ ਹੋਇਓ ਧਿਆਏ ਅਬ ਨਮਸਕਾਰ ਮਮਤਾਹੇ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੀ ਪਾਵਨ ਕਥਾ ਦਾ ਅਧਿਆਇ ਇੱਥੇ ਸੰਪੰਨ ਹੋਇਆ ਹੈ, ਜੋ ਇਸ ਮਾਤ ਲੋਕ ਦੀ ਧਰਤੀ ਤੇ ਕਲੀ ਕਾਲ ਦੇ ਕੁਚਾਲ ਭੈੜੇ ਪਾਪ ਕਰਮਾਂ ਨੂੰ ਵੇਖ ਕੇ ਉਹਨਾਂ ਨੂੰ ਨਿਵਾਰਨੇ ਵਾਸਤੇ ਅਵਤਾਰ ਧਾਰਨ ਕਰਕੇ ਆਏ ਨੇ, ਤਿਨਾਂ ਦੇ ਚਰਨਾਂ 'ਚ ਮੈਂ ਆਪਣੀ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ। ਦੋਹਰਾ ਸ੍ਰੀ ਗੁਰ ਪਗ ਹੈ ਕੀਲਕਾ ਮਨ ਦਾ ਨੋਟਿਗ ਕੀਨ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ ਹਨ। ਅਗਲਾ ਅਧਿਆਇ ਆਰੰਭ ਹੋ ਰਿਹਾ, 34ਵਾਂ ਅਧਿਆਇ ਹੈ ਗੁਰੂ ਨਾਨਕ ਪ੍ਰਕਾਸ਼ ਦੇ ਪੁਰਬਾਰਦ ਦਾ। ਉਹਦੇ ਮੰਗਲਾ ਚਰਨ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਮੰਗਲ ਕਰਦੇ ਹਨ। ਸ਼੍ਰੀ ਗੁਰ ਪਗ ਹੈ ਕੀਲਕਾ, ਜਿਵੇਂ ਚੱਕੀ ਦੇ ਵਿੱਚ ਦੋ ਪੁੜਾਂ ਵਾਲੀ ਚੱਕੀ ਵਿੱਚ ਕਿੱਲੀ ਹੁੰਦੀ ਹੈ ਨਾ, ਉਹ ਕਿੱਲੀ ਦੇ ਨਾਲ ਦਾਣੇ ਪਾਏ ਜਾਂਦੇ ਆ ਤੇ ਚੱਕੀ ਫੇਰੀ ਜਾਂਦੀ ਹੈ। ਔਰ ਜਿਹੜੇ ਦਾਣੇ ਚੱਕੀ ਦੇ ਪੁੜਾਂ ਦੇ ਥੱਲੇ ਆ ਜਾਂਦੇ ਨੇ, ਫਿਰ ਉਹ ਦਲੇ ਜਾਂਦੇ, ਉਹਨਾਂ ਦਾ ਆਟਾ ਬਣ ਜਾਂਦਾ। ਜਿਹੜੇ ਕਿੱਲੀ ਦੇ ਨਾਲ ਰਹਿੰਦੇ ਨੇ ਉਹ ਦਲਣ ਤੋਂ ਬਚ ਜਾਂਦੇ ਨੇ। ਮਹਾਰਾਜ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਜਿਹੜੇ ਚਰਨ ਨੇ, ਉਸ ਚੱਕੀ ਦੇ ਵਿੱਚ ਕੀਲਕਾ ਦਾ ਮਤਲਬ ਹੁੰਦਾ ਵੀ ਕਿੱਲੀ ਦੇ ਸਮਾਨ ਨੇ। ਮੇਰਾ ਜਿਹੜਾ ਮਨ ਹੈ ਇਹ ਕਣਕ ਦੇ ਦਾਣੇ ਵਾਂਗੂ ਹੈ, ਤੇ ਤੁਹਾਡੇ ਚਰਨ ਕਮਲਾਂ ਦੀ ਜਿਹੜੀ ਕਿੱਲੀ ਹੈ, ਮੈਂ ਆਪਣਾ ਮਨ ਰੂਪੀ ਦਾਣੇ ਨੂੰ ਤੁਹਾਡੇ ਚਰਨਾਂ ਦੇ ਨਾਲ ਜੋੜ ਕੇ ਰੱਖਦਾ ਹਾਂ ਕਿ ਮਹਾਰਾਜ ਕਿਰਪਾ ਕਰੋ ਇਹਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਮੋਹਾ ਦਿਕ ਪਟ ਭਿਟਤ ਨਹਿ ਰਾਖਹਿਗੇ ਲਖ ਦੀਨ। ਜਿਹੜੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਂਦੇ ਆ, ਜਿਨ੍ਹਾਂ ਦਾ ਮਨ ਚਰਨਾਂ ਨਾਲ ਜੁੜ ਜਾਂਦਾ ਗੁਰੂ ਸਾਹਿਬ ਦੇ ਚਰਨਾਂ ਨਾਲ, ਮੋਹ ਆਦਿਕ ਜਿਹੜੇ ਪੁੜੇ ਨੇ ਵਿਕਾਰਾਂ ਦੇ, ਫਿਰ ਉਹਨਾਂ ਦੇ ਵਿੱਚ ਉਹਨਾਂ ਦਾ ਮਨ ਪਿਸਦਾ ਨਹੀਂ ਹੈ। ਵਿਕਾਰਾਂ ਦੇ ਪੁੜਾਂ ਵਿੱਚ, ਜਿਵੇਂ ਚੱਕੀ ਦੇ ਪੁੜਾਂ ਦੇ ਵਿੱਚ ਨਹੀਂ ਨਾ ਦਾਣਾ ਪਿਸਦਾ ਜਿਹੜਾ ਕਿੱਲੀ ਨਾਲ ਰਵੇ, ਏਦਾਂ ਜਿਹੜੇ ਮਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਰਹਿੰਦੇ ਐ, ਉਹ ਵਿਕਾਰਾਂ ਦੀ ਚੱਕੀ ਦੇ ਵਿੱਚ ਪਿਸਦੇ ਨਹੀਂ ਹਨ। ਉਹਨਾਂ ਨੂੰ ਦੀਨ ਹੋਇਆਂ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਆਪਣੇ ਚਰਨਾਂ 'ਚ ਰੱਖ ਲੈਂਦੇ ਐ। ਉਹਨਾਂ ਨੂੰ ਵਿਕਾਰਾਂ ਦੇ ਵਿੱਚ ਖਚਤ ਨਹੀਂ ਹੋਣ ਦਿੰਦੇ, ਵਿਕਾਰਾਂ ਵਿੱਚ ਗਰਕ ਨਹੀਂ ਹੋਣ ਦਿੰਦੇ। ਸ੍ਰੀ ਬਾਲਾ ਸੰਧੂ ਵਾਚ ਚੌਪਈ ਬਾਲਾ ਕਹੈ ਸੁਨੋ ਸ੍ਰੀ ਅੰਗਦ। ਬ੍ਰਹਮ ਗਿਆਨੀ ਭਾਈ ਬਾਲਾ ਜੀ ਇਹ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ। ਕਹਿੰਦੇ ਹੈ ਗੁਰੂ ਅੰਗਦ ਸਾਹਿਬ ਜੀ ਸੁਣੋ, ਸ੍ਰੀ ਗੁਰ ਕਥਾ ਦੇ ਸੁਖ ਸੰਪਦ। ਐਸੀ ਕਥਾ ਹੈ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਸੁਣ ਕੇ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਜਿਸ ਕਥਾ ਨੂੰ ਸੁਣ ਕੇ ਸਾਰੀਆਂ ਸੁਖ ਸਹੂਲਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਸਬਾ ਸੁਰ ਰਾਜ ਹੈ ਉਦਿਆਨਾ। ਗੁਰੂ ਨਾਨਕ ਸਾਹਿਬ ਕੀ ਕਰਦੇ ਨੇ ਸੁਲਤਾਨਪੁਰ ਸਾਹਿਬ, ਹੁਣ ਸੁਣੋ। ਰਾਤ ਦਿਨ ਸਤਿਗੁਰੂ ਜੀ ਨਗਰ ਤੋਂ ਬਾਹਰ ਉਦਿਆਨ ਹੈ, ਜੰਗਲ ਹੈ, ਉੱਥੇ ਹੀ ਸਤਿਗੁਰੂ ਜੀ ਬਿਰਾਜਦੇ ਨੇ, ਨਗਰ ਵਿੱਚ ਨਹੀਂ ਆਉਂਦੇ। ਵੇਈ ਨਦੀ 'ਚ ਇਸ਼ਨਾਨ ਕਰਦੇ ਆ, ਇਸ਼ਨਾਨ ਕਰਕੇ ਮਹਾਰਾਜ ਜੀ ਲਾਗੇ ਹੀ ਜੰਗਲ ਹੈ, ਉੱਥੇ ਜਾ ਕੇ ਇਕਾਂਤ ਵਿੱਚ ਬੈਠਦੇ ਨੇ, ਰਾਤ ਦਿਨ ਉਦਿਆਨ ਵਿੱਚ ਹੀ ਬਤੀਤ ਕਰਦੇ ਹਨ। ਜਿਸ ਦਰਸ਼ਨ ਦੁਖਦਾਰ ਦਹਾਨਾ। ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਤੇ ਸਾਰੇ ਦਲਿੱਦਰ ਦੂਰ ਹੋ ਜਾਂਦੇ ਹਨ। ਭਗਤ ਜਗਤ ਮਹਿ ਮਗ ਪ੍ਰਗਟਾਵਨ। ਜਿਹੜੇ ਇਸ ਮਾਤ ਲੋਕ ਦੀ ਧਰਤੀ ਤੇ ਪਰਮੇਸ਼ਰ ਦੀ ਭਗਤੀ ਦਾ ਮਾਰਗ ਪ੍ਰਗਟ ਕਰਨ ਲਈ ਆਏ ਨੇ, ਅਕਾਲ ਪੁਰਖ ਦੀ ਭਗਤੀ ਪ੍ਰਗਟ ਕਰਨ ਵਾਸਤੇ ਆਏ ਹਨ। ਕੁਮਤ ਕੁ ਪੰਥ ਕੁ ਦੰਭ ਮਿਟਾਵਨ। ਔਰ ਜਿਹੜੇ ਮਾੜੇ ਰਾਹਾਂ ਤੇ ਟੇਢੇ ਰਾਹਾਂ ਤੇ ਲੋਕ ਚੱਲੇ ਹੋਏ ਨੇ, ਜਾਂ ਜਿਹੜੇ ਖੋਟੀ ਮੱਤ ਦੇ ਧਾਰਨੀ ਲੋਕ ਨੇ, ਉਹਨਾਂ ਨੂੰ ਸਿੱਧੇ ਰਾਹ ਤੇ ਪਾ ਕੇ ਸੁਮਤ ਦੇਣ ਲਈ ਸਤਿਗੁਰੂ ਜੀ ਆਏ ਹਨ। ਕੀਰਤ ਨਾਮ ਪ੍ਰਤਾਪ ਵਧਾਵਨ। ਪਰਮੇਸ਼ਰ ਦੇ ਨਾਮ ਦੀ ਕੀਰਤੀ ਨੂੰ ਪ੍ਰਗਟ ਕਰਨ ਲਈ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਤਾਪ ਨੂੰ ਵਧਾਉਣ ਲਈ ਆਏ ਹਨ। ਸ਼ੁਭ ਮਾਰਗ ਮਾਨਵ ਕੋ ਪਾਵਨ, ਔਰ ਸ਼ੁਭ ਮਾਰਗ ਦੇ ਉੱਤੇ ਮਨੁੱਖਾਂ ਨੂੰ ਚਲਾਉਣ ਆਏ ਹਨ। ਇਹ ਬਿਰਦ ਕੀ ਇੱਛਾ ਔਰ ਧਾਰੀ, ਇਸ ਤਰ੍ਹਾਂ ਦੀ ਇੱਛਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਮਨ 'ਚ ਧਾਰੀ ਹੈ। ਜਪ ਹੈ ਨਾਮ ਜਿਹ ਸੰਤ ਮੁਰਾਰੀ, ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਨਾਮ ਸਾਰੇ ਸੰਤ ਜਨ ਔਰ ਰੱਬ ਦੇ ਪਿਆਰੇ ਅਰਾਧਦੇ ਨੇ ਧਿਆਉਂਦੇ ਹਨ। ਮਾਨਨ ਮਨ ਕੋ ਹਾਨਨ ਮਾਨਾ, ਜਿਹੜੇ ਮਾਨੀ ਲੋਕ ਨੇ ਹੰਕਾਰ ਦੇ ਵਿੱਚ ਖਚਤ ਹੋ ਰਹੇ ਨੇ, ਉਹਨਾਂ ਮਾਨੀਆਂ ਦਾ ਮਾਣ ਹਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਆਏ ਹਨ। ਦੀਨਨ ਕੋ ਤਾਰਨ ਭਗਵਾਨਾ, ਜਿਹੜੇ ਦੀਨ ਨੇ, ਗਰੀਬ ਨੇ, ਨਿਮਾਣੇ ਨੇ, ਉਹਨਾਂ ਨੂੰ ਸਤਿਗੁਰੂ ਜੀ ਤਾਰਨੇ ਵਾਸਤੇ ਆਏ ਹਨ। ਦੋਹਰਾ ਜਿਸ ਕੀ ਕਰਨਾ ਤੇ ਮੁਛੈ, ਕਲ ਕੈ ਕਲੁਖ ਕਲੇਸ਼, ਐਸੇ ਨੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਕਿਰਪਾ ਨਾਲ, ਜਿਨ੍ਹਾਂ ਦੀ ਕਰੁਣਾ ਨਾਲ ਕਲਯੁਗ ਦੇ ਜੀਵਾਂ ਦੇ ਜਿਹੜੇ ਪਾਪ ਨੇ ਜਾਂ ਦੁੱਖ ਨੇ, ਉਹਨਾਂ ਪਾਪਾਂ ਤੋਂ ਔਰ ਕਲੇਸ਼ਾਂ ਤੋਂ ਜੀਵ ਮੁਛਹਿ ਦਾ ਮਤਲਬ ਹੈ ਮੁਕਤ ਹੋ ਜਾਣਗੇ, ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇਗੀ। ਜਿਨ੍ਹਾਂ ਦੀ ਕਿਰਪਾ ਨਾਲ ਜੀਵ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਕਛੁਕ ਕਾਲ ਬੀਤਤ ਭਇਓ, ਧਰੇ ਦੇਹ ਅਸ ਬੇਸ, ਇਹ ਜਿਹੜਾ ਫਕੀਰੀ ਲਿਬਾਸ ਗੁਰੂ ਨਾਨਕ ਸਾਹਿਬ ਨੇ ਧਾਰਨ ਕੀਤਾ ਨਾ, ਇਹ ਫਕੀਰੀ ਲਿਬਾਸ ਜਿਹੜੇ ਉਦਾਸੀ ਮਹਾਂਪੁਰਸ਼ ਧਾਰਦੇ ਹੈ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਧਾਰਨ ਕੀਤਾ ਹੈ। ਉਹ ਲਿਬਾਸ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਫਕੀਰੀ ਲਿਬਾਸ ਧਾਰਿਆ। ਮਹਾਂਪੁਰਸ਼ ਦੱਸਦੇ ਹੈ ਕਿ ਜਦੋਂ ਸਤਿਗੁਰੂ ਜੀ ਸਾਰੀਆਂ ਉਦਾਸੀਆਂ ਕਰਕੇ ਕਰਤਾਰਪੁਰ ਸਾਹਿਬ ਆ ਗਏ ਤੇ ਆਪਣਾ ਜਿਹੜਾ ਉਦਾਸੀਆਂ ਵਾਲਾ ਉਹ ਭੇਖ ਸੀ ਫਕੀਰਾਂ ਵਾਲਾ, ਉਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਬਖਸ਼ ਦਿੱਤਾ ਸੀ ਤੇ ਬਚਨ ਕੀਤਾ ਸੀ, ਇਹ ਉਦਾਸੀ ਸੰਪਰਦਾ ਤੁਹਾਡੇ ਤੋਂ ਚੱਲੇਗੀ। ਉਹਦੇ ਬਾਨੀ ਵੀ ਗੁਰੂ ਨਾਨਕ ਸਾਹਿਬ ਹੀ ਹਨ। ਵੈਸੇ ਸਤਿਗੁਰੂ ਜਿੱਥੇ ਜਾਂਦੇ ਸੀ ਕਈ ਵਾਰ ਹੋਰ ਭੇਸ ਵੀ ਧਾਰਨ ਕਰਦੇ ਸਰੀਰ ਤੇ, ਜਿਵੇਂ ਮੱਕੇ ਗਏ ਉੱਥੇ ਕਿਹੋ ਜਿਹਾ ਚੋਲਾ ਧਾਰਨ ਕੀਤਾ ਜਿਹਦੇ ਤੇ ਕੁਰਾਨ ਦੀਆਂ ਆਇਤਾਂ ਵੀ ਲਿਖੀਆਂ ਹੋਈਆਂ ਤੇ ਹਿੰਦੂ ਧਰਮ ਦੇ ਜਿਹੜੇ ਸ਼ਲੋਕ ਹੁੰਦੇ ਆ ਸੰਸਕ੍ਰਿਤ ਦੇ, ਉਹ ਵੀ ਲਿਖੇ ਹੋਏ। ਤੋ ਇਹ ਸਤਿਗੁਰਾਂ ਦੀ ਖੇਡ ਸੀ। ਸੁਲਤਾਨਪੁਰ ਸਾਹਿਬ ਮਹਾਰਾਜ ਜੀ ਨੇ ਫਕੀਰੀ ਲਿਬਾਸ ਧਾਰਿਆ ਹੋਇਆ ਹੈ। ਇਸੇ ਤਰ੍ਹਾਂ ਦਾ ਬੇਸ ਧਾਰਨ ਕੀਤਿਆਂ ਕੁਝ ਦਿਨ ਬੀਤ ਗਏ। ਚੌਪਈ ਸਭੈ ਬਿਲੋਕੀ ਬਿਦ ਨਰ ਕਾਹੀ, ਕਹਿੰਦੇ ਸਾਰਿਆਂ ਲੋਕਾਂ ਨੇ ਮਹਾਰਾਜ ਜੀ ਦੀ ਇਹ ਮਰਿਆਦਾ ਵੇਖੀ। ਭਨੀ ਖਬਰ ਤਲਵੰਡੀ ਤਾਹੀ, ਹੁਣੇ ਖਬਰ ਤਲਵੰਡੀ ਵੀ ਪਹੁੰਚਣੀ ਸੀ ਪਿਤਾ ਜੀ ਹੋਣਾ ਦੇ ਕੋਲ, ਮਾਤਾ ਜੀ ਹੋਣਾ ਕੋਲ, ਕਿ ਗੁਰੂ ਨਾਨਕ ਸਾਹਿਬ ਜੀ ਫਕੀਰ ਹੋ ਗਏ ਨੇ। ਉਹਨਾਂ ਨੇ ਮੋਦੀ ਖਾਨਾ ਲੁਟਾ ਦਿੱਤਾ ਹੈ, ਘਰ ਛੱਡ ਕੇ ਬਾਹਰ ਜੰਗਲ 'ਚ ਹੀ ਬੈਠੇ ਰਹਿੰਦੇ ਆ, ਚੌਂਕੜਾ ਲਾ ਕੇ ਇਕਾਂਤ ਵਿੱਚ। ਇਹ ਖਬਰ ਪਿਤਾ ਜੀ ਹੋਣਾ ਦੇ ਕੋਲ ਤਲਵੰਡੀ ਪਹੁੰਚੀ ਹੈ। ਸੁਨ ਪਰਿਵਾਰ ਹੈ ਪਰਿਓ ਖੰਬਾਰੂ, ਸਤਿਗੁਰਾਂ ਦੇ ਪਰਿਵਾਰ ਨੇ ਜਦੋਂ ਇਹ ਗੱਲ ਸੁਣੀ, ਇੱਕਦਮ ਪਿਤਾ ਜੀ ਔਰ ਮਾਤਾ ਜੀ ਦੇ ਮਨ 'ਚ ਦੁੱਖ ਹੋਇਆ, ਖੁੰਭਾਰ ਹੋਇਆ। ਜਨ ਬਨ ਬਨ ਜਹ ਹਨਿਓ ਨਿਹਾਰੂ, ਪਿਤਾ ਜੀ ਏਦਾਂ ਦੁਖੀ ਹੋਏ ਮਾਨੋ ਜਿਵੇਂ ਕਮਲ ਦੇ ਫੁੱਲਾਂ ਦਾ ਬਗੀਚਾ ਹੋਵੇ, ਉਹਦੇ ਤੇ ਇੱਕਦਮ ਕੱਕਰ ਪੈ ਜੇ ਤੇ ਉਹ ਸੜ ਨਹੀਂ ਜਾਂਦਾ ਬਗੀਚਾ। ਏਦਾਂ ਮਨ ਦੁਖੀ ਹੋਇਆ ਪਿਤਾ ਜੀ ਹੋਣਾ ਦਾ। ਕਾਲੂ ਬੋਲ ਲਿਓ ਮਰਦਾਨਾ, ਉਸੇ ਵੇਲੇ ਪਿਤਾ ਜੀ ਨੇ ਭਾਈ ਮਰਦਾਨੇ ਨੂੰ ਸੱਦਿਆ, ਬੋਲ ਕੇ ਆਪਣੇ ਕੋਲ ਬੁਲਾਇਆ। ਅਧਿਕ ਸ਼ੋਕ ਸੋ ਬਚਨ ਬਖਾਨਾ, ਮਨ 'ਚ ਬੜੇ ਡਾਢੇ ਸ਼ੋਕ ਨਾਲ, ਦੁੱਖ ਨਾਲ ਪਿਤਾ ਜੀ ਬੋਲੇ। ਭਾਈ ਮਰਦਾਨਾ ਜੀ ਨੂੰ ਕਹਿੰਦੇ, ਜਾਹੋ ਅਬ ਹੈ ਤੋਂ ਪੁਰ ਸੁਲਤਾਨਾ, ਕਹਿੰਦੇ ਮਰਦਾਨਿਆਂ ਛੇਤੀ ਕਰ, ਜਿੰਨਾ ਛੇਤੀ ਹੋ ਸਕੇ ਤੂੰ ਇੱਥੋਂ ਸੁਲਤਾਨਪੁਰ ਸਾਹਿਬ ਜਾ। ਬਿਨ ਬਿਲੰਬ ਨਿਜ ਕਰੋ ਪਿਆਨਾ, ਬਿਨਾਂ ਦੇਰੀ ਤੂੰ ਰਸਤੇ 'ਚ ਰੁਕੀ ਨਾ, ਸਿੱਧਾ ਸੁਲਤਾਨਪੁਰ ਸਾਹਿਬ ਜਾਵੇਂ। ਕਾਹੂ ਢਿਗ ਤੇ ਸੁਣੀ ਕੁਰਾਲੀ, ਮੈਂ ਇੱਕ ਗੱਲ ਸੁਣੀ ਆ ਕੁਚਾਲੀ, ਕਿਸੇ ਦੇ ਕੋਲੋਂ ਮੈਂ ਇੱਕ ਮਾੜੀ ਖਬਰ ਸੁਣੀ ਹੈ। ਨਾਨਕ ਕੀਨੋ ਭੇਖ ਕੁਡਾਲੀ, ਉਹ ਮਾੜੀ ਖਬਰ ਕਿਹੜੀ ਹੈ? ਉਹ ਖਬਰ ਇਹ ਹੈ ਕਿ ਮੈਂ ਸੁਣਿਆ ਕਿ ਨਾਨਕ ਨੇ ਫਕੀਰੀ ਲਿਬਾਸ ਧਾਰਨ ਕਰ ਲਿਆ। ਨਾਨਕ ਫਕੀਰ ਬਣ ਗਿਆ, ਘਰ ਛੱਡ ਕੇ ਬਾਹਰ ਚਲਾ ਗਿਆ। ਤਜ ਦੀਨੋ ਸਭ ਮੋਦੀ ਖਾਨਾ, ਉਹਨੇ ਮੋਦੀ ਖਾਨਾ ਛੱਡ ਦਿੱਤਾ ਹੈ, ਮੋਦੀ ਖਾਨੇ ਦੀ ਕਿਰਤ ਕਰਨੀ ਤਿਆਗ ਦਿੱਤੀ ਹੈ। ਭਇਓ ਫਕੀਰ ਛੋਰ ਕੁਲ ਕਾਨਾ, ਔਰ ਆਪਣੀ ਕੁਲ ਦੀ ਕਾਨ ਕਨੋੜ ਛੱਡ ਕੇ ਉਹ ਮਸਤਾਨਾ ਹੋ ਗਿਆ, ਉਹ ਫਕੀਰ ਹੋ ਗਿਆ। ਦੋਹਰਾ
ਮਰਦਾਨੇ ਤਤਕਾਲ ਸੁਨ ਕੀਨ ਪਿਆਨੋ ਮਾਨ। ਇਹ ਸੁਣ ਕੇ ਉਸੇ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ, ਪਿਤਾ ਜੀ ਮੈਂ ਬਿਨਾਂ ਦੇਰੀ ਤੋਂ ਜਾਵਾਂਗਾ। ਇਹ ਬਚਨ ਮੰਨ ਕੇ ਉਸੇ ਵੇਲੇ ਤਿਆਰੀ ਕੀਤੀ ਜਾਣ ਲਈ। ਨਾਨਕ ਜਨਨੀ ਜਨਕ ਮਨ ਗੁਣ ਹੈ ਅਨੇਕ ਅਨੁਮਾਨ। ਭਾਈ ਮਰਦਾਨਾ ਜੀ ਸੁਲਤਾਨਪੁਰ ਸਾਹਿਬ ਨੂੰ ਤਿਆਰ ਹੋ ਗਏ ਚੱਲਣ ਨੂੰ। ਇੱਧਰ ਪਿਤਾ ਜੀ ਔਰ ਮਾਤਾ ਜੀ, ਪਿਤਾ ਮਹਿਤਾ ਕਾਲੂ ਜੀ ਔਰ ਮਾਤਾ ਤ੍ਰਿਪਤਾ ਜੀ ਆਪਣੇ ਮਨ ਹੀ ਮਨ ਕਈ ਤਰ੍ਹਾਂ ਦੇ ਅਨੁਮਾਨ ਲਾਉਂਦੇ ਆ ਵੀ ਉੱਥੇ ਕੀ ਹੋਇਆ ਹੋਣਾ, ਕਿਉਂਕਿ ਸਹੀ ਖਬਰ ਪੂਰੀ ਤੇ ਨਹੀਂ ਨਾ ਪਹੁੰਚੀ। ਇੰਨਾ ਹੀ ਪਤਾ ਲੱਗਾ ਵੀ ਫਕੀਰ ਬਣ ਗਿਆ ਨਾਨਕ, ਮੋਦੀ ਖਾਨਾ ਛੱਡ ਦਿੱਤਾ। ਕੀ ਹੋਇਆ ਉੱਥੇ ਮੋਦੀ ਖਾਨੇ 'ਚ ਕੀ ਹੋਇਆ ਉਹਦੇ ਬਾਰੇ ਨਹੀਂ ਸੀ ਪਤਾ। ਇਸ ਕਰਕੇ ਪਿਤਾ ਜੀ ਔਰ ਮਾਤਾ ਜੀ ਦੋਵੇਂ ਅਨੁਮਾਨ ਲਾਉਂਦੇ ਆ ਮਨ 'ਚ, ਕਈ ਤਰੀਕਿਆਂ ਨਾਲ ਸੋਚਦੇ ਨੇ। ਚੌਪਈ ਟੋਟਾ ਭਇਓ ਦਰਬ ਕੋ ਦਾਸੂ। ਪਿਤਾ ਜੀ ਔਰ ਮਾਤਾ ਜੀ ਸੋਚ ਰਹੇ ਨੇ, ਪਿਤਾ ਜੀ ਇਹ ਬਾਰ-ਬਾਰ ਸੋਚ ਰਹੇ ਨੇ ਕਿਤੇ ਨਾਨਕ ਨੂੰ ਮੋਦੀ ਖਾਨੇ 'ਚ ਘਾਟਾ ਤਾਂ ਨਹੀਂ ਪੈ ਗਿਆ। ਬੜਾ ਵੱਡਾ ਕੰਮ ਸੀ ਮੋਦੀ ਖਾਨੇ ਦਾ। ਖਾਲਸਾ ਜੀ ਜੋ ਮੋਦੀ ਖਾਨਾ ਸੀ ਸਾਹਿਬ ਦਾ, ਉਹ ਛੋਟੇ ਪੱਧਰ ਇੱਕ ਨਗਰ ਤੱਕ ਸੀਮਿਤ ਨਹੀਂ ਸੀ। ਸੁਲਤਾਨਪੁਰ ਸਾਹਿਬ ਪੂਰਾ ਇਲਾਕਾ ਜਿਹੜਾ ਸੀ, ਉਸ ਸਾਰੇ ਇਲਾਕੇ ਦਾ ਉੱਥੋਂ ਰਾਸ਼ਨ ਜਿਹੜਾ ਸੀ ਆਉਂਦਾ ਜਾਂਦਾ ਸੀ। ਸਰਕਾਰੀ ਪੱਧਰ ਦੇ ਉੱਤੇ ਸਰਕਾਰੀ ਮੋਦੀ ਖਾਨਾ ਸੀ ਤੇ ਹਜ਼ਾਰਾਂ ਰੁਪਇਆਂ ਦਾ ਰੋਜ਼ ਲੈਣ ਦੇਣ ਹੁੰਦਾ ਸੀ। ਤੋ ਪਿਤਾ ਜੀ ਦੇ ਮਨ 'ਚ ਇਸ ਗੱਲ ਦੀ ਫਿਕਰ ਹੈ ਕਿ ਕਿਤੇ ਨਾਨਕ ਨੂੰ ਮੋਦੀ ਖਾਨੇ 'ਚ ਕੋਈ ਘਾਟਾ ਨਾ ਪੈ ਗਿਆ ਹੋਵੇ। ਕਿਦੋ ਰਿਦਾਤ ਹੈ ਕੀਨੇ ਉਦਾਸੂ। ਜਾਂ ਫਿਰ ਨਾਨਕ ਦਾ ਸੁਭਾਅ ਬਚਪਨ ਤੋਂ ਅਸੀਂ ਵੇਖਦੇ ਹਾਂ ਵੀ ਉਹ ਸਾਧੂਆਂ ਵਰਗਾ ਉਹਦਾ ਸੁਭਾਅ ਹੈ। ਕਿਤੇ ਨਾਨਕ ਦੇ ਮਨ 'ਚ ਉਪਰਾਮਤਾ ਨਾ ਆ ਗਈ ਹੋਵੇ, ਵਿਰਾਗ ਨਾ ਆ ਗਿਆ ਹੋਵੇ ਵੀ ਆਪ ਹੀ ਸਭ ਕੁਝ ਛੱਡ ਦਿੱਤਾ। ਅਤ ਉਦਾਰ ਬਹੁ ਦਰਬ ਲੁਟਾਇਓ। ਕਿਤੇ ਏਦਾਂ ਨਾ ਹੋਇਆ ਹੋਵੇ ਰੱਬਾ, ਕਿਉਂਕਿ ਨਾਨਕ ਦਾ ਸੁਭਾਅ ਬੜਾ ਉਦਾਰ ਹੈ, ਖੁੱਲਾ ਦਿਲ ਹੈ ਉਹਦਾ। ਉਹਨੇ ਹੋ ਸਕਦਾ ਸਾਰਾ ਪੈਸਾ ਲੁਟਾ ਦਿੱਤਾ ਹੋਵੇ। ਮਨ ਹੀ ਮਨ ਸੋਚਦੇ ਆ ਰੱਬਾ ਮੇਰਾ ਅਨੁਮਾਨ ਹੀ ਹੋਵੇ, ਸੱਚ ਨਾ ਹੋਵੇ। ਨਾਲੇ ਅਨੁਮਾਨ ਲਾ ਰਹੇ ਨੇ ਵੀ ਕਿਤੇ ਐਸਾ ਨਾ ਹੋਵੇ ਕਿ ਨਾਨਕ ਨੇ ਸਾਰਾ ਪੈਸਾ ਲੁਟਾ ਦਿੱਤਾ ਹੋਵੇ। ਹਮ ਜਾਣਤ ਕਛ ਟੋਟਾ ਆਇਓ। ਤੇ ਅਸੀਂ ਇੱਥੇ ਸਮਝ ਰਹੇ ਹਾਂ ਵੀ ਘਾਟਾ ਪਿਆ ਹੋਣਾ। ਘਾਟਾ ਪੈਣਾ ਵੱਖਰੀ ਗੱਲ ਹੈ, ਸਭ ਕੁਝ ਲੁਟਾ ਦੇਣਾ ਵੱਖਰੀ ਗੱਲ ਹੈ। ਹਾਂਜੀ, ਬਹੁਤ ਬਾਰ ਮੈਂ ਸਿਖਵਨ ਦੀਨੀ। ਪਿਤਾ ਜੀ ਕਹਿੰਦੇ ਭਗਵਾਨ ਨੇ ਮੈਂ ਤੇਰੇ ਪੁੱਤਰ ਨੂੰ ਕਈ ਵਾਰੀ ਸਿੱਖਿਆ ਦਿੱਤੀ ਹੈ, ਮੈਂ ਉਹਨੂੰ ਕਈ ਵਾਰੀ ਸਮਝਾਇਆ। ਧਨ ਨਹਿ ਖੋਏ ਏਕ ਨਹਿ ਚੀਨੀ। ਮੈਂ ਉਹਨੂੰ ਕਈ ਵਾਰੀ ਸਮਝਾਇਆ ਵੀ ਤੂੰ ਪੈਸੇ ਦਾ ਤੇਰਾ ਹੱਥ ਖੁੱਲਾ ਹੈ ਤੇ ਏਦਾਂ ਦਾਨ ਨਾ ਕਰਿਆ ਕਰ, ਇਹਨੂੰ ਸਾਂਭ ਕੇ ਰੱਖਿਆ ਕਰ। ਪਰ ਉਹਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ ਤੇ ਨਾ ਜਾਣੀ। ਰਹਿਤ ਡਰਤ ਜਿਹ ਤੇ ਦਿਨ ਰਾਤੀ। ਮੈਂ ਜਿਸ ਗੱਲੋਂ ਦਿਨ ਰਾਤ ਡਰਦਾ ਸੀ, ਬਣੀ ਬਾਤ ਸੋ ਦੁਖ ਦਾਤੀ। ਉਹੀ ਗੱਲ ਹੋਈ, ਉਹੀ ਕੰਮ ਆ ਬਣਿਆ ਦੁੱਖ ਦੇਣ ਵਾਲਾ। ਪੂਰ ਬੇਸੂਰ ਹੈ ਉਰ ਸਿਰ ਧਨੋਈ। ਮਨ ਹੀ ਮਨ ਝੂਰਦੇ ਨੇ ਤੇ ਸਿਰ ਧੁੰਨਦੇ ਨੇ ਪਿਤਾ ਜੀ। ਅਨਿਕ ਕਲਪਨਾ ਮਨ ਮਹਿ ਗੁਣਈ। ਮਨ 'ਚ ਕਈ ਤਰ੍ਹਾਂ ਦੀਆਂ ਕਲਪਨਾਵਾਂ ਗੁਣਦੇ ਵਿਚਾਰਦੇ ਨੇ। ਸੋਭਾ ਸੁਰ ਬਿਨ ਅਸਨ ਬਿਤਾਇਓ। ਏਦਾਂ ਆ ਦਿਨ ਤਾਂ ਬਿਨਾਂ ਭੋਜਨ ਤੋਂ ਹੀ ਪਿਤਾ ਜੀ ਨੇ ਭੋਜਨ ਨਹੀਂ ਛਕਿਆ, ਨਾ ਮਾਤਾ ਜੀ ਨੇ ਭੋਜਨ ਛਕਿਆ, ਏਦਾਂ ਹੀ ਬਤੀਤ ਕੀਤਾ। ਨਰ ਕਹਿ ਰਹੇ ਨ ਆਨਨ ਪਾਇਓ। ਗੁਆਂਢੀ ਆਏ ਸਨ, ਪਰਿਵਾਰ ਦੇ ਜੀ ਕਹਿੰਦੇ ਸੀ ਪਟਵਾਰੀ ਸਾਹਿਬ ਪ੍ਰਸ਼ਾਦਾ ਛਕ ਲਓ, ਪਰ ਪਿਤਾ ਜੀ ਉਹਨਾਂ ਨੇ ਪ੍ਰਸ਼ਾਦਾ ਮੁਖ 'ਚ ਨਹੀਂ ਪਾਇਆ। ਦੋਹਰਾ ਸੁਨ ਕਰ ਰਾਏ ਬੁਲਾਰਿਓ ਪਰਬੋ ਦਿਓ ਬਹੁ ਭਾਂਤ। ਰਾਏ ਬੁਲਾਰ ਜੀ ਉਹਨਾਂ ਨੂੰ ਵੀ ਖਬਰ ਹੋਈ ਤੋ ਰਾਏ ਬੁਲਾਰ ਜੀ ਨੇ ਵੀ ਕਈ ਤਰੀਕਿਆਂ ਨਾਲ ਸਮਝਾਇਆ। ਨਾਨਕ ਦਿਸ਼ ਤੇ ਆਪ ਤੂੰ ਕਛ ਨਾ ਚਿੰਤ ਕਰ ਗਾਤ। ਰਾਏ ਬੁਲਾਰ ਨੇ ਆਖਿਆ ਮਹਿਤਾ ਕਾਲੂ ਜੀ ਤੁਸੀਂ ਮੇਰੇ ਕਮਲ ਨੈਣ ਸਤਿਗੁਰਾਂ ਦੇ ਪ੍ਰਤੀ ਆਪਣੇ ਮਨ 'ਚ ਚਿੰਤਾ ਨਾ ਰੱਖੋ। ਉਹ ਤਾਂ ਰੱਬ ਨੇ, ਉਹ ਤਾਂ ਸਾਰਿਆਂ ਦੀਆਂ ਚਿੰਤਾਵਾਂ ਦੂਰ ਕਰਨ ਵਾਲੇ ਨੇ ਤੇ ਤੁਸੀਂ ਉਹਨਾਂ ਦੀ ਚਿੰਤਾ ਕਰੀ ਜਾਂਦੇ ਹੋ। ਆਹ ਚਿੰਤਾ ਛੱਡੋ, ਮੇਰੇ ਸਾਹਿਬ ਦੀ ਖੇਡ ਹੈ, ਮੇਰੇ ਸਤਿਗੁਰਾਂ ਦੀ। ਉਹ ਆਈ ਇਸੇ ਵਾਸਤੇ ਨੇ ਸੰਸਾਰ ਵਾਸਤੇ ਵਿੱਚ ਜੋ ਕਰ ਰਹੇ ਹਨ। ਚੌਪਈ ਨਾਨਕ ਕਾਰਨ ਕਰਨ ਸੁਤੰਤਰ। ਮੇਰੇ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ, ਰਾਏ ਬੁਲਾਰ ਦਾ ਨਿਸ਼ਚਾ ਵੇਖੋ, ਕਹਿੰਦਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਾਰਨ ਤੇ ਕਾਰਨ
ਦੋਨਾਂ ਵਿੱਚ ਸੁਤੰਤਰ ਨੇ, ਆਜ਼ਾਦ ਨੇ। ਮਨ ਜਾਣੋ ਕਹੇ ਕੋ ਨਾ ਪ੍ਰਤੰਤਰ। ਇਹ ਜਾਣ ਲਓ ਤੁਸੀਂ ਮਨ ਵਿੱਚ ਵੀ ਉਹ ਕਿਸੇ ਦੇ ਪਰਤੰਤਰ ਅਧੀਨ ਨਹੀਂ ਹਨ। ਵੀ ਤੁਸੀਂ ਸਮਝਦੇ ਹੋਵੋ ਵੀ ਦੌਲਤ ਖਾਨ ਦੇ ਕੋਲ ਨੌਕਰੀ ਕਰਦੇ ਨੇ ਤੇ ਉਹਦੇ ਅਧੀਨ ਨੇ। ਉਹ ਸੁਤੰਤਰ ਨੇ, ਹਰ ਪ੍ਰਕਾਰ ਨਾਲ ਸੁਤੰਤਰ ਨੇ। ਜੋ ਕਿਛ ਕਾਰਜ ਕਰਹਿ ਭਲਾ ਸੋ। ਉਹ ਜੋ ਕੁਝ ਵੀ ਕਰਦੇ ਨੇ ਭਲਾ ਹੀ ਕਰਦੇ ਨੇ। ਹੁਣ ਤਾਈਂ ਜੋ ਕੀਤਾ ਉਹਨਾਂ ਭਲਾ ਹੀ ਕੀਤਾ ਤੇ ਅੱਗੇ ਵੀ ਜੋ ਕਰਨਗੇ ਭਲਾ ਹੀ ਕਰਨਗੇ। ਸੁਖ ਸਾਗਰ ਧਰ ਦੇਹ ਕਲਾ ਸੋ। ਉਹ ਤਾਂ ਸੁੱਖਾਂ ਦੇ ਸਾਗਰ ਨੇ, ਮਨੁੱਖੀ ਦੇਹ ਧਾਰਨ ਕਰਕੇ ਸੰਸਾਰ ਵਿੱਚ ਆਏ ਹਨ। ਇਹ ਬਿਦ ਧੀਰਜ ਦੇ ਕਰ ਰਾਉ। ਏਦਾਂ ਰਾਏ ਬੁਲਾਰ ਜੀ ਪਿਤਾ ਜੀ ਹੋਣਾ ਨੂੰ ਧੀਰਜ ਦਿੰਦੇ ਹਨ। ਚੇਤ ਹੈ ਸ੍ਰੀ ਗੁਰ ਹਿਰਦੈ ਸੁਭਾਉ। ਔਰ ਆਪਣੇ ਮਨ ਵਿੱਚ ਸਤਿਗੁਰਾਂ ਦੇ ਸੁਭਾਅ ਨੂੰ ਚਿਤਵਦੇ ਹਨ। ਉਰ ਦਰਸ਼ਨ ਕੀ ਚਾਹ ਨ ਥੋਰੀ। ਮਨ ਵਿੱਚ ਦਰਸ਼ਨਾਂ ਦੀ ਇੱਛਾ ਵੀ ਬੜੀ ਹੈ ਰਾਏ ਜੀ ਦੇ। ਥੋੜੀ ਚਾਹ ਨਹੀਂ, ਬਹੁਤ ਜ਼ਿਆਦਾ ਇੱਛਾ ਮਨ 'ਚ ਕਿ ਇੱਕ ਵਾਰ ਹੁਣ ਗੁਰੂ ਨਾਨਕ ਸਾਹਿਬ ਦਰਸ਼ਨ ਦੇ ਜਾਣ। ਕਿਉਂਕਿ ਜਿਵੇਂ ਉਹਨਾਂ ਨੇ ਉਪਰਾਮਤਾ ਧਾਰਨ ਕੀਤੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਹੁਣ ਉਹ ਸੰਸਾਰ ਦੇ ਭਰਮਣ ਲਈ ਜਾਣਗੇ। ਰਾਏ ਬੁਲਾਰ ਦੇ ਮਨ 'ਚ ਇੱਛਾ ਹੈ ਕਿ ਜਾਣ ਤੋਂ ਪਹਿਲਾਂ ਇੱਕ ਵਾਰ ਮੈਨੂੰ ਦਰਸ਼ਨ ਦੇ ਜਾਣ। ਹਾਂਜੀ, ਚਾਤ੍ਰਿਕ ਸਵਾੰਤੀ ਚੰਦ ਚਕੋਰੀ। ਏਦਾਂ ਇੱਛਾ ਜਿਵੇਂ ਕਿਸੇ ਬੱਬੀਏ ਨੂੰ ਸਵਾੰਤੀ ਬੂੰਦ ਦੀ ਔਰ ਚਕੋਰ ਨੂੰ ਚੰਨ ਵੇਖਣ ਦੀ ਹੈ। ਸਭਨ ਬੇਦੀਨ ਅਚਰਜ ਅਮਾਨਾ। ਇੱਧਰ ਜਿੰਨੇ ਬੇਦੀ ਸੀ ਉਹਨਾਂ ਦੇ ਮਨ 'ਚ ਵੀ ਹੈਰਾਨੀ ਹੈ। ਕੋ ਕਾਰਨ ਪਾ ਜਾਏ ਨਾ ਜਾਣਾ। ਕਹਿੰਦੇ ਕੀ ਕਾਰਨ ਹੋਇਆ ਹੋਣਾ। ਲੋਕ ਅੰਦਾਜ਼ਾ ਲਾਉਂਦੇ ਵੀ ਕੀ ਹੋਇਆ ਹੋਣਾ ਉੱਥੇ, ਸਮਝ ਨਹੀਂ ਆਉਂਦੀ। ਸੰਪਤ ਸਰਬ ਪ੍ਰਕਾਰ ਵਿਸਾਲਾ। ਕਹਿੰਦੇ ਨਾਨਕ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਬੜੀ ਸੰਪਤੀ ਵਿਭੂਤੀ ਸੀ। ਹੁਤੋ ਸੂਤ ਅਦਕਾਏ ਨਿਰਪਾਲਾ। ਫਿਰ ਰਾਜੇ ਨਾਲ ਵੀ ਬੜਾ ਪ੍ਰੇਮ ਸੀ, ਦੌਲਤ ਖਾਨ ਨਾਲ ਵੀ। ਤਲਵੰਡੀ ਬਿਰਤਾਂਤ ਹੈ ਐਸੇ। ਏਦਾਂ ਲੋਕ ਅੰਦਾਜ਼ੇ ਲਾਈ ਜਾਂਦੇ ਵੀ ਕੀ ਹੋਇਆ ਹੋਣਾ, ਪਰ ਸਮਝ ਨਹੀਂ ਆਉਂਦੀ। ਇਹ ਤਾਂ ਸੀ ਤਲਵੰਡੀ। ਤਲਵੰਡੀ 'ਚ ਏਦਾਂ ਬੀਤੀ ਹੈ, ਏਦਾਂ ਗੱਲਾਂ ਹੋ ਰਹੀਆਂ ਨੇ। ਸੁਨ ਹੋ ਗਇਓ ਮਰਦਾਨਾ ਜੈਸੇ। ਹੁਣ ਸੁਣੋ ਭਾਈ ਮਰਦਾਨੇ ਦੀ ਕਥਾ। ਜਿਵੇਂ ਭਾਈ ਮਰਦਾਨਾ ਜੀ ਚੱਲ ਕੇ ਸਤਿਗੁਰਾਂ ਕੋਲ ਗਏ ਹਨ। ਪ੍ਰਾਕ ਨਾਨਕੀ ਕੇਰਨ ਕੇਤੂ। ਭਾਈ ਮਰਦਾਨਾ ਜੀ ਬੜੀ ਛੇਤੀ ਨਾਲ ਗਏ, ਰਾਹ 'ਚ ਥੋੜਾ ਰੁਕੇ, ਸੁਲਤਾਨਪੁਰ ਸਾਹਿਬ ਪਹੁੰਚੇ। ਪਹਿਲਾਂ ਬੇਬੇ ਨਾਨਕੀ ਦੇ ਘਰ ਆਏ। ਪ੍ਰਵੇਸ਼ਿਓ ਕੁਸ਼ਲ ਲੈਨ ਕੇ ਹੇਤੂ। ਬੇਬੇ ਨਾਨਕੀ ਕੋਲ ਆ ਕੇ, ਕਿਉਂਕਿ ਖਬਰ ਤਾਂ ਉੱਥੇ ਹੀ ਮਿਲਣੀ ਸੀ, ਬੇਬੇ ਨਾਨਕੀ ਦੇ ਘਰ ਆ ਕੇ ਪ੍ਰਵੇਸ਼ ਕੀਤਾ ਰਾਜੀ ਖੁਸ਼ੀ ਪੁੱਛਣ ਲਈ। ਜਾਏ ਦੁਆਏ ਕਹੀ ਬਿਦਨੀਕੀ। ਜਾ ਕੇ ਬੇਬੇ ਨਾਨਕੀ ਨੂੰ ਮਿਲੇ ਭਾਈ ਮਰਦਾਨਾ ਜੀ, ਰਾਮ ਸਲਾਮ ਕੀਤੀ, ਨਮਸਕਾਰ ਕੀਤੀ। ਵੈਸਿਓ ਬਹੁਰ ਪ੍ਰਭਾ ਜਹ ਫੀਕੀ। ਔਰ ਭਾਈ ਮਰਦਾਨਾ ਜੀ ਬਹਿ ਗਏ। ਚਿਹਰੇ ਦੇ ਉੱਤੇ ਫਿੱਕਾ ਪਨ ਹੈ ਭਾਈ ਮਰਦਾਨੇ ਦੇ, ਜਿਵੇਂ ਕੋਈ ਚਿੰਤਾ ਹੁੰਦੀ ਹੈ ਤੇ ਚਿੰਤਾ ਨਾਲ ਚਿਹਰਾ ਫਿੱਕਾ ਹੈ। ਸਰਬ ਪ੍ਰਕਾਰ ਕੀਨ ਸਤਕਾਰਾ। ਸਰਬ ਪ੍ਰਕਾਰ ਨਾਲ ਬੇਬੇ ਨਾਨਕੀ ਨੇ ਸਤਕਾਰ ਕੀਤਾ ਕਿ ਭਾਈ ਮਰਦਾਨਾ ਜੀ ਆਏ ਨੇ, ਮੇਰੇ ਨਗਰ ਤੋਂ ਆਏ ਨੇ, ਤੇ ਬੜਾ ਅਦਬ ਕੀਤਾ, ਸਤਕਾਰ ਕੀਤਾ ਬੇਬੇ ਜੀ ਨੇ। ਬਦਨ ਨਾਨਕੀ ਬਚਨ ਉਚਾਰਾ। ਬੇਬੇ ਨਾਨਕੀ ਜੀ ਬੋਲੇ, ਭਾਈ ਮਰਦਾਨੇ ਨੂੰ ਕਹਿਣ ਲੱਗੇ, ਦੇਹੋ ਕੁਸ਼ਲ ਤਲਵੰਡੀ ਨਗਰੀ। ਕਹਿਣ ਲੱਗੇ, ਵੀਰ ਮਰਦਾਨਿਆ ਤੂੰ ਆਇਆ ਮੇਰੇ ਪੇਕੇ ਨਗਰ ਤੋਂ, ਦੱਸ ਮੈਨੂੰ ਤਲਵੰਡੀ ਦੀ ਖਬਰ ਦੱਸ। ਬਹੁਰ ਜਨਕ ਜਨਨੀ ਕੀ ਸਗਰੀ। ਹਾਂ, ਮੇਰੇ ਮਾਤਾ ਪਿਤਾ ਜੀ ਦਾ ਕੀ ਹਾਲ ਚਾਲ ਹੈ? ਪਿਤਾ ਜੀ ਠੀਕ ਸੀ, ਮਾਤਾ ਜੀ ਠੀਕ ਸੀ, ਤੂੰ ਮਿਲ ਕੇ ਆਇਆ ਉਹਨਾਂ ਨੂੰ? ਏਦਾਂ ਬੇਬੇ ਨਾਨਕੀ ਜੀ ਪੁੱਛਦੇ ਭਾਈ ਮਰਦਾਨੇ ਨੂੰ। ਸਰਬ ਕੁਸ਼ਲ ਸੋ ਰਾਏ ਸਰੀਰਾ। ਰਾਏ ਬੁਲਾਰ ਜੀ ਠੀਕ ਨੇ? ਉਹ ਪਿਤਾ ਜੀ ਨੂੰ ਮਿਲਦੇ ਹੁੰਦੇ ਆ। ਏਦਾਂ ਪੁੱਛਿਆ, ਨਿਜ ਆਵਨ ਹਿਤ ਕਹੋ ਮਤ ਧੀਰਾ। ਨਾਲੇ ਭਾਈ ਸਾਹਿਬ, ਭਾਈ ਮਰਦਾਨਾ ਜੀ ਤੁਸੀਂ ਆਏ ਹੋ, ਤੁਹਾਡੇ ਆਉਣ ਦਾ ਕੀ ਕਾਰਨ ਹੈ? ਕੀ ਤੁਹਾਨੂੰ ਪਿਤਾ ਜੀ ਨੇ ਭੇਜਿਆ ਜਾਂ ਕਿਸੇ ਹੋਰ ਕਾਰਨ ਵਾਸਤੇ ਆਏ ਹੋ? ਸੁਨ ਮਰਦਾਨੇ ਬਚਨ ਬਖਾਨਾ। ਬੇਬੇ ਨਾਨਕੀ ਦੇ ਇਹ ਸਵਾਲ ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਸਰਬ ਪ੍ਰਕਾਰ ਕੁਸ਼ਲ ਤਹਿ ਥਾਨਾ। ਆਖਿਆ ਬੇਬੇ ਸਾਰੇ ਪ੍ਰਕਾਰ ਨਾਲ ਉੱਥੇ ਖੁਸ਼ੀ ਹੈ,
ਉੱਥੇ ਹਰ ਪ੍ਰਕਾਰ ਨਾਲ ਘਰ ਵਿੱਚ ਖੇੜਾ ਆਨੰਦ ਹੈ। ਮਮ ਆਵਨ ਕੋ ਲਖੋ ਨਿਦਾਨਾ, ਮੇਰੇ ਆਉਣ ਦਾ ਜਿਹੜਾ ਕਾਰਨ ਹੈ ਉਹ ਸੁਣੋ। ਤੋਰ ਜਨਕ ਸੁਨਿਓ ਏਵ ਕਾਨਾ, ਉਹ ਇਹ ਕਾਰਨ ਹੈ ਕਿ ਤੁਹਾਡੇ ਪਿਤਾ ਜੀ ਨੇ ਇਹ ਸੁਣਿਆ ਗਾ, ਇਹ ਖਬਰ ਸੁਣੀ ਆ ਉੱਥੇ ਤਲਵੰਡੀ 'ਚ ਸ਼੍ਰੀ ਨਾਨਕ ਤਜ ਮੋਦੀ ਖਾਨਾ, ਕਿ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ ਛੱਡ ਦਿੱਤਾ। ਮੇਰੇ ਆਉਣ ਦਾ ਕਾਰਨ ਸੁਣੋ ਕੀ ਹੈ ਕਿ ਤੁਹਾਡੇ ਪਿਤਾ ਜੀ ਨੇ ਉੱਥੇ ਖਬਰ ਸੁਣੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ ਛੱਡ ਦਿੱਤਾ ਹੈ। ਵੇਖ ਫਕੀਰ ਸਰੀਰ ਹੈ ਠਾਨਾ, ਉਹਨਾਂ ਨੇ ਸਰੀਰ ਤੇ ਫਕੀਰੀ ਭੇਖ ਧਾਰਨ ਕਰ ਲਿਆ ਹੈ। ਮੁਝ ਬੁਲਾਏ ਸੁਧ ਲੇਵਨ ਹੇਤੂ, ਤੇ ਮੈਨੂੰ ਉਹਨਾਂ ਨੇ ਬੁਲਾ ਕੇ ਭੇਜਿਆ ਵੀ ਤੂੰ ਜਾ ਕੇ ਖਬਰ ਲੈ ਕੇ ਆ, ਵੀ ਤੂੰ ਜਾ ਕੇ ਪੁੱਛ ਕੇ ਆ ਉੱਥੇ ਕੀ ਹੋਇਆ ਹੈ। ਪਠਿਓ ਦ੍ਰੁਤ ਬੇਦੀ ਕੁਲ ਕੇਤੂ, ਤੇ ਮੈਂ ਛੇਤੀ ਨਾਲ ਆਇਆ, ਤੁਹਾਡੇ ਪਿਤਾ ਜੀ ਦਾ ਭੇਜਿਆ ਹੋਇਆ। ਕਮਲ ਬਦਨ ਹੈ ਅਬ ਕਹਿ ਜਾਈ, ਤੇ ਬੇਬੇ ਜੀ ਦੱਸੋ ਵੀ ਕਮਲ ਬਦਨ ਸਤਿਗੁਰੂ ਜੀ ਕਿੱਥੇ ਨੇ ਇਸ ਵੇਲੇ? ਧੰਨ ਗੁਰੂ ਨਾਨਕ ਸਾਹਿਬ ਕਮਲ ਬਦਨ ਗੁਰਦੇਵ ਜੀ ਕਿੱਥੇ ਹਨ? ਬੋਝ ਲਿਓ ਸੁਧ ਤਬ ਤਿਨ ਤਾਈ, ਤੇ ਮੈਂ ਉਹਨਾਂ ਦੇ ਕੋਲੋਂ ਜਾ ਕੇ ਸਾਰੀ ਸੁਧ ਸਾਰ ਉਹਨਾਂ ਤੋਂ ਵੀ ਪੁੱਛ ਲਵਾਂ। ਨਾ ਤੁਰ ਜਿਹ ਬਿਦ ਕੀ ਸੁਧ ਹੋਏ, ਤੇ ਜੇ ਬੇਬੇ ਜੀ ਉਹ ਇੱਥੇ ਨਹੀਂ, ਕਿਤੇ ਗਏ ਨੇ ਦੂਰ, ਤੇ ਜੋ ਹੋਇਆ ਇੱਥੇ, ਜੋ ਇੱਥੇ ਬੀਤੀ ਹੈ, ਮੁਝ ਹੈ ਬਤਾਵੋ ਤੁਮ ਕਹਿ ਸੋਏ। ਤੇ ਬੇਬੇ ਜੀ ਉਹ ਮੈਨੂੰ ਤੁਸੀਂ ਦੱਸ ਦਿਓ, ਮੈਂ ਤੁਹਾਡੇ ਕੋਲੋਂ ਸੁਣ ਕੇ ਜਾ ਕੇ ਪਿਤਾ ਜੀ ਨੂੰ ਦੱਸ ਦਿਆਂਗਾ। ਵੀ ਬੇਬੇ ਜੀ ਜੇ ਤਾਂ ਕਮਲ ਬਦਨ ਗੁਰਦੇਵ ਇੱਥੇ ਨੇ ਕਿਤੇ ਤਾਂ ਦੱਸ ਦਿਓ, ਮੈਂ ਉਹਨਾਂ ਨੂੰ ਪੁੱਛ ਲਾਂ। ਜੇ ਉਹ ਚਲੇ ਗਏ ਨੇ ਕਿਤੇ ਦੂਰ, ਕਿਉਂਕਿ ਮੈਂ ਸੁਣਿਆ ਵੀ ਉਹ ਛੱਡ ਗਏ ਨੇ ਨਗਰ, ਤੇ ਫਿਰ ਤੁਸੀਂ ਦੱਸ ਦਿਓ ਸਾਰਾ ਕੁਝ ਜੋ ਇੱਥੇ ਹੋਇਆ ਹੈ। ਸੁਨ ਕਰ ਸੋ ਤੁਮਰੇ ਪਿਤ ਮਾਤਾ, ਤੇ ਮੈਂ ਸੁਣ ਕੇ ਤੁਹਾਡੇ ਕੋਲੋਂ ਜਾ ਕੇ ਤੁਹਾਡੇ ਮਾਤਾ ਪਿਤਾ ਨੂੰ ਸੁਣਾਵਾਂਗਾ, ਮੇਰੇ ਕੋਲੋਂ ਸੁਣ ਕੇ ਜਾਏ ਬਤਾਵੋ ਜਿਉ ਕੁਛ ਲਾਤਾ, ਉਹਨਾਂ ਨੂੰ ਸੰਤੁਸ਼ਟੀ ਹੋ ਜਾਏਗੀ ਤੇ ਮੈਂ ਜਾ ਕੇ ਸਾਰੀ ਗੱਲਬਾਤ ਉਹਨਾਂ ਨੂੰ ਦੱਸ ਦਿਆਂਗਾ। ਅਪਰ ਨ ਜਾਣੋ ਆਵਨ ਹੇਤੂ, ਹੋਰ ਕੋਈ ਕਾਰਨ ਨਹੀਂ ਮੇਰਾ ਇੱਥੇ ਆਉਣ ਦਾ, ਬਸ ਇਹੀ ਕਾਰਨ ਹੈ, ਮੈਂ ਗੁਰੂ ਨਾਨਕ ਸਾਹਿਬ ਦੀ ਖਬਰਸਾਰ ਲੈਣ ਆਇਆ। ਕਾਜ ਸੁਧ ਬੇਦੀ ਕੁਲ ਕੇਤੂ, ਔਰ ਮੈਨੂੰ ਦੱਸੋ ਬੇਦੀ ਕੁਲਕੇਤ ਸਤਿਗੁਰੂ ਜੀ ਕਿੱਥੇ ਹਨ? ਦੋਹਰਾ ਸੁਨ ਬੋਲੀ ਪੁਨ ਨਾਨਕੀ, ਜਿਉ ਅਵਲੋਕਤ ਨੈਣ। ਬੇਬੇ ਨਾਨਕੀ ਜੀ ਸੁਣ ਕੇ ਬੋਲੇ, ਕਹਿਣ ਲੱਗੇ ਵੀਰ ਮਰਦਾਨਾ ਜੀ ਸੁਣੋ, ਮੈਂ ਜੋ ਆਪਣੀਆਂ ਅੱਖਾਂ ਨਾਲ ਵੇਖਿਆ ਸੋ ਸੁਧ ਜਾਣੋ ਇਹਾਂ ਕੀ, ਕਹਿਨ ਬਨੈ ਕਿਉ ਬੈਨ। ਤੇ ਤੁਸੀਂ ਆਪ ਹੀ ਮੈਂ ਜੋ ਵੇਖਿਆ ਤੁਸੀਂ ਵੀ ਵੇਖ ਲਓ। ਜਾਂ ਤਾਂ ਹੋਵੇ ਨਾ ਵੀ ਤੁਸੀਂ ਨਹੀਂ ਵੇਖ ਸਕਦੇ, ਫਿਰ ਮੈਂ ਤੁਹਾਨੂੰ ਦੱਸਾਂ। ਜੋ ਮੈਂ ਵੇਖਿਆ ਉਹ ਤੁਸੀਂ ਇੱਥੇ ਵੇਖ ਸਕਦੇ ਹੋ, ਜੋ ਇੱਥੇ ਬੀਤਿਆ ਉਹ ਤੁਸੀਂ ਵੇਖ ਲਓ, ਤੇ ਮੈਨੂੰ ਕਹਿਣਾ ਬਣਦਾ ਹੀ ਨਹੀਂ ਵੀ ਮੈਂ ਕੀ ਕਹਾਂ। ਜਾਂ ਤਾਂ ਹੋਵੇ ਵੀ ਤੁਹਾਨੂੰ ਦਿਸਣਾ ਨਹੀਂ, ਤੁਸੀਂ ਆਪ ਵੇਖ ਲਵੋ। ਚੌਪਈ ਅਧਿਕ ਜ ਸੁਧ ਲੇਵਨ ਕੀ ਚਾਹੂ, ਆ ਵੇਖ ਮੇਰੇ ਭਰਾ ਦਾ ਘਰ ਖਾਲੀ ਪਿਆ, ਬਾਬਾ ਸ਼੍ਰੀ ਚੰਦ ਜੀ ਮੇਰੇ ਕੋਲ ਨੇ, ਤੇ ਭਰਜਾਈ ਤੇ ਛੋਟਾ ਭਤੀਜਾ ਉਹਨੂੰ ਬਾਬਾ ਮੂਲ ਚੰਦ ਜੀ ਨਾਲ ਲੈ ਗਏ ਨੇ ਬਟਾਲੇ। ਬਾਕੀ ਜੇ ਹੋਰ ਵੱਧ ਖਬਰ ਲੈਣੀ ਹੈ, ਸਾਰਾ ਕੁਝ ਪੁੱਛਣਾ, ਸਾਰੀ ਜਾਣਕਾਰੀ ਲੈਣੀ ਹੈ, ਮਿਲੀਏ ਜਾਏ ਸਹੋਦਰ ਪਾਹੂ। ਤੇ ਮੇਰਾ ਵੀਰ ਕਿਤੇ ਦੂਰ ਨਹੀਂ ਗਿਆ, ਉਹ ਵੀ ਇੱਥੇ ਹੀ ਹੈ, ਸੁਲਤਾਨਪੁਰ ਸਾਹਿਬ ਹੀ ਬੈਠੇ ਆ ਬਾਹਰ ਬਨ ਵਿੱਚ। ਤੇ ਮਰਦਾਨਾ ਜੀ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਪੁੱਛ ਲਓ ਸਾਰਾ ਕੁਝ, ਉਹਨਾਂ ਕੋਲੋਂ ਸਾਰੀ ਖਬਰ ਲੈ ਲਵੋ। ਬੂਝੋ ਕੁਸ਼ਲ ਤਹਾਂ ਤੁਮ ਜਾਈ, ਉੱਥੇ ਉਹਨਾਂ ਕੋਲ ਜਾ ਕੇ ਸਾਰੀ ਕੁਸ਼ਲ ਪ੍ਰਸੰਨਤਾ ਪੁੱਛ ਲਓ। ਭਲੀ ਭਾਂਤ ਸੋ ਦੇ ਸੁਨਾਈ, ਉਹ ਤੁਹਾਨੂੰ ਸਾਰੀ ਖਬਰ ਸੁਣਾ ਦੇਣਗੇ। ਤਿਨ ਤੇ ਸੁਨ ਤਲਵੰਡੀ ਜਈਐ, ਔਰ ਉਹਨਾਂ ਕੋਲੋਂ ਸੁਣ ਕੇ ਤੁਸੀਂ ਤਲਵੰਡੀ ਚਲੇ ਜਾਇਓ। ਪੁਨ ਪਿਤ ਮਾਤ ਹੈ ਕੁਸ਼ਲ ਸੁਨਈਐ, ਔਰ ਜਾ ਕੇ ਮਾਤਾ ਪਿਤਾ ਜੀ ਨੂੰ ਸਾਰੀ ਖਬਰ ਦੇ ਦਿਓ। ਨਗਰ ਵਹਿਰਜ ਹੈ ਵੱਡ ਉਦਿਆਨਾ, ਨਗਰ ਤੋਂ ਬਾਹਰ ਜਿੱਥੇ ਸੰਘਣਾ ਜੰਗਲ ਹੈ, ਤਹ ਬੈਠੇ ਹੈ ਦਇਆ ਨਿਧਾਨਾ। ਉੱਥੇ ਦਇਆ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਬੈਠੇ ਨੇ, ਉੱਥੇ ਉਹ ਬੈਠੇ ਹੋਏ ਨੇ। ਚਲਨ ਲਗਿਓ ਜਬ ਹੀ ਮਰਦਾਨਾ, ਭਾਈ ਮਰਦਾਨਾ ਜੀ ਕਹਿੰਦੇ ਚੰਗਾ ਬੇਬੇ ਫਿਰ ਮੈਂ ਉੱਥੇ ਹੀ ਜਾਣਾ।
ਜਦੋਂ ਭਾਈ ਮਰਦਾਨਾ ਜੀ ਜਾਣ ਲੱਗੇ, ਬਹੁਰ ਨਾਨਕੀ ਬਚਨ ਬਖਾਨਾ। ਬੇਬੇ ਨਾਨਕੀ ਜੀ ਫਿਰ ਬੋਲੇ, ਆਸਨ ਅਚਹੋ ਅਬ ਅਹੈ ਤਿਆਰੂ। ਕਹਿਣ ਲੱਗੇ, ਮਰਦਾਨਾ ਜੀ ਇਦਾਂ ਕਿਵੇਂ ਚੱਲਿਓ, ਹਾਲੇ ਕੁਝ ਛਕਿਆ ਨਹੀਂ ਤੁਸੀਂ, ਆ ਪ੍ਰਸ਼ਾਦਾ ਤਿਆਰ ਹੈ, ਪਹਿਲਾਂ 2 ਫੁਲਕੇ ਛਕ ਲਓ। ਵੇਖੋ ਨਿੱਕੀ ਨਿੱਕੀ ਗੱਲ ਮਾਂ ਕਵੀ ਜੀ ਦੱਸ ਰਹੇ ਨੇ, ਜੋ ਜੋ ਉੱਥੇ ਬੀਤਿਆ, ਕਿਹੜੀ ਕਿਹੜੀ ਗੱਲ ਬਾਤ ਹੋਈ ਹੈ। ਇਉਂ ਜਾਪਦਾ ਵੀ ਨੇਤਰਾਂ ਦੇ ਸਾਹਮਣੇ ਹੀ ਸਭ ਕੁਝ ਵਰਤ ਰਿਹਾ ਹੈ। ਭਾਈ ਮਰਦਾਨੇ ਨੂੰ ਬੇਬੇ ਨਾਨਕੀ ਜਦੋਂ ਜਾਣ ਲੱਗੇ ਨਾ, ਉੱਠ ਕੇ, ਵੀਰ ਮਰਦਾਨਿਆ ਬਹਿ ਜਾ, ਪ੍ਰਸ਼ਾਦਾ ਤਿਆਰ ਹੈ, 2 ਫੁਲਕੇ ਛਕ ਕੇ ਜਾਵੀਂ। ਲੈ ਤਬ ਕੀਨੋ ਖਾਨ ਆਹਾਰੂ। ਭਾਈ ਮਰਦਾਨਾ ਜੀ ਕਹਿੰਦੇ, ਠੀਕ ਹੈ ਬੇਬੇ, ਲਿਆ 2 ਪ੍ਰਸ਼ਾਦਿਆਂ ਨੂੰ ਕਿਹੜਾ ਮੈਂ ਨਾ ਕਰਨੀ ਹੈ, ਇਹ ਤਾਂ ਪਹਿਲਾ ਕੰਮ ਹੈ। ਤੋ ਬੇਬੇ ਨਾਨਕੀ ਨੇ ਪ੍ਰਸ਼ਾਦਾ ਤਿਆਰ ਕਰਕੇ ਥਾਲ 'ਚ ਪਾਇਆ, ਭਾਈ ਮਰਦਾਨਾ ਜੀ ਨੇ ਛਕਿਆ। ਤ੍ਰਿਪਤ ਹੋਏ ਪੁਨ ਪਾਏ ਰਜਾਈ। ਤ੍ਰਿਪਤ ਹੋ ਕੇ ਰੱਜ ਕੇ ਭੋਜਨ ਛਕ ਕੇ ਨਿਕਸਿਓ ਘਰ ਤੇ ਸ਼ੋਕ ਵਧਾਈ। ਹੱਥ ਧੋ ਕੇ ਚੂੜਾ ਕਰਕੇ ਭਾਈ ਮਰਦਾਨਾ ਜੀ ਦਾ ਮਨ ਦੁਖੀ ਵੀ ਹੈ। ਇਹ ਕਿੱਥੇ ਮੋਦੀ ਖਾਨਾ ਚੱਲਦਾ ਸੀ, ਲਹਿਰਾਂ ਬਹਿਰਾਂ ਸੀ। ਜਦੋਂ ਉੱਥੋਂ ਲੰਘੇ ਨਾ ਹੱਟ ਸਾਹਿਬ ਦੇ ਕੋਲੋਂ ਤੇ ਤਾਲਾ ਲੱਗਾ ਹੋਇਆ, ਤੇ ਵੇਖ ਕੇ ਭਾਈ ਮਰਦਾਨੇ ਦਾ ਮਨ ਹੋਰ ਦੁਖੀ ਹੋਇਆ, ਤੇ ਚੱਲ ਕੇ ਗੁਰੂ ਨਾਨਕ ਸਾਹਿਬ ਵੱਲ ਜਾ ਰਹੇ ਨੇ। ਜਿਹ ਦਿਸ਼ ਸ੍ਰੀ ਗੁਰ ਬੈਸੇ ਸੁਨੇ। ਜਿੱਥੇ ਸੁਣਿਆ ਵੀ ਸਤਿਗੁਰੂ ਜੀ ਬੈਠੇ ਹਨ, ਕੀਓ ਗਵਨ ਤੇ ਦਿਸ਼ ਮਨ ਗੁਨੇ। ਉਸੇ ਪਾਸੇ ਮਨ 'ਚ ਵਿਚਾਰਾਂ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦੇ ਗਏ। ਦੋਹਰਾ ਨਿਸ਼ਚੈ ਭਏ ਫਕੀਰ ਸੋ ਬੈਸੇ ਜੇ ਉਦਿਆਨ। ਕਹਿੰਦੇ ਮਨ 'ਚ ਪੂਰਨ ਤੌਰ ਤੇ ਨਿਸ਼ਚਾ ਕਰਕੇ ਜਿੱਥੇ ਸਤਿਗੁਰੂ ਜੀ ਬੈਠੇ ਨੇ। ਦਰਬ ਬਹੁਤ ਕੀ ਕ੍ਰਿਤ ਸੀ ਤਜੀ ਨ ਕਰੀ ਸਿਆਨ। ਭਾਈ ਮਰਦਾਨਾ ਜੀ ਸੋਚੀ ਜਾਂਦੇ, ਕਹਿੰਦੇ ਵੀ ਨਾਨਕ ਫਕੀਰ ਬਣ ਕੇ ਕਹਿੰਦੇ ਜੰਗਲ 'ਚ ਬਹਿ ਗਿਆ, ਹਜ਼ਾਰਾਂ ਰੁਪਈਏ ਦਾ ਕੰਮ ਸੀ ਮੋਦੀ ਖਾਨੇ 'ਚ, ਇਹ ਸਾਰਾ ਕੁਝ ਛੱਡ ਕੇ ਫਕੀਰ ਬਣ ਕੇ ਉਹਨਾਂ ਨੇ ਸਿਆਣਪ ਨਹੀਂ ਕੀਤੀ। ਭਾਈ ਮਰਦਾਨਾ ਜੀ ਸੋਚਦੇ ਜਾਂਦੇ, ਕੋਈ ਵੀ ਦੁਨੀਆਦਾਰ ਬੰਦਾ ਸੋਚੇਗਾ ਉਹਨੇ ਇਹੀ ਸੋਚਣਾ ਨਾ, ਪਰ ਸਤਿਗੁਰੂ ਜੀ ਜਿਹੜੀ ਖੇਡ 'ਚ ਖੇਡ ਰਹੇ ਨੇ ਉਹ ਹਾਲੇ ਕਿਸੇ ਨੂੰ ਸਮਝ ਨਹੀਂ ਕਿ ਕਿੱਥੇ ਸਿੰਗਲਾ ਦੀਪ ਦੇ ਟਾਪੂ ਦੇ ਬੈਠੇ ਸ਼ਿਵਨਾਭ ਵਰਗਿਆਂ ਨੂੰ ਤਾਰਨਾ ਸੀ। ਉਹਦੇ ਲਈ ਜ਼ਰੂਰੀ ਸੀ ਇਹ ਸਭ ਕੁਝ ਛੱਡ ਕੇ ਜਾਣਾ। ਕਿੱਥੇ ਬਲੀ ਕੰਧਾਰੀ ਵਰਗੇ, ਕੌਡੇ ਜਏ, ਨੂਰ ਸ਼ਾਹ ਜਾਦੂਗਰਨੀਆਂ ਵਰਗੀਆਂ ਕਿੰਨਿਆਂ ਨੂੰ ਤਾਰਨਾ ਸੀ। ਉਹ ਖੇਡ ਦਾ ਹਾਲੇ ਕਿਸੇ ਨੂੰ ਨਹੀਂ ਸੀ ਪਤਾ। ਭਾਈ ਮਰਦਾਨਾ ਜੀ ਵੀ ਸੋਚ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਸਿਆਣਪ ਨਹੀਂ ਕੀਤੀ, ਹਜ਼ਾਰਾਂ ਰੁਪਈਏ ਦਾ ਮੋਦੀ ਖਾਨੇ ਦਾ ਕੰਮਕਾਰ ਸੀ, ਉਹ ਛੱਡ ਦਿੱਤਾ। ਚੌਪਈ ਲੋਚਨ ਸੋਭੇ ਲੋਕ ਬਦ ਲੋਕੂ। ਤੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਵੀ ਸਾਹਮਣੇ ਫਕੀਰੀ ਰੂਪ 'ਚ ਬੈਠੇ ਨੇ। ਭਇਓ ਬਿਸ਼ੇਖ ਰਿਦ ਮਹਿ ਸ਼ੋਕੂ। ਇੱਕਦਮ ਹਿਰਦਾ ਸ਼ੋਕ ਦੇ ਨਾਲ ਭਰ ਗਿਆ। ਜਿਹ ਤਨ ਮਹਿ ਕੰਚਨ ਲੰਕਾਰਾ। ਭਾਈ ਮਰਦਾਨੇ ਨੇ ਜਦੋਂ ਪਹਿਲਾਂ ਦਰਸ਼ਨ ਕੀਤੇ ਸੀ ਨਾ ਗੁਰੂ ਨਾਨਕ ਸਾਹਿਬ ਦੇ, ਬੜੀਆਂ ਸੋਹਣੀਆਂ ਪੁਸ਼ਾਕਾਂ ਸਰੀਰ ਤੇ, ਸੋਹਣੇ ਦਸਤਾਰੇ, ਗਲ ਵਿੱਚ ਸੋਨਿਆਂ ਹੀਰਿਆਂ ਮੋਤੀਆਂ ਦੀ ਮਾਲਾ ਪਾਈ ਸੀ ਸਤਿਗੁਰਾਂ ਨੇ ਮੋਦੀ ਖਾਨੇ 'ਚ। ਵੀ ਜਿਹੜੇ ਸਰੀਰ ਤੇ ਪਹਿਲਾ ਅਲੰਕਾਰ ਗਹਿਣੇ ਵੇਖੇ ਸਨ, ਮੋਤੀ ਰਤਨਨ ਸ਼ੁਭਤ ਅਪਾਰਾ। ਕਿ ਸੋਹਣੇ ਮੋਤੀਆਂ ਤੇ ਰਤਨਾਂ ਨਾਲ ਜੜੇ ਕੜੇ ਪਾਏ ਵੇਖੇ ਸੀ। ਚਾਰ ਪਟੰਬਰ ਪੁਨ ਪਸ਼ਮੰਬਰ। ਰੇਸ਼ਮ ਦੇ ਤੇ ਪਸ਼ਮੀਨੇ ਦੇ ਕੱਪੜੇ ਪਹਿਨੇ ਵੇਖੇ ਸਨ ਗੁਰੂ ਨਾਨਕ ਸਾਹਿਬ ਤੇ। ਪਹਿਰੇ ਸ਼ੁਭਤ ਵਿਸਾਲ ਹੈ ਸੁੰਦਰ। ਬੜੇ ਸੋਹਣੇ ਬਸਤਰ ਪਾਏ ਵੇਖੇ ਸਨ। ਸੋ ਭਗਵੇ ਤਰ ਚੀਰ ਸਰੀਰਾ। ਉਹ ਅੱਜ ਵੇਖਿਆ, ਕੀ ਵੇਖਿਆ ਕਿ ਉਹ ਸਤਿਗੁਰੂ ਜਿਨ੍ਹਾਂ ਦੇ ਸਰੀਰ ਤੇ ਸੋਹਣੇ ਗਹਿਣੇ ਆਭੂਸ਼ਣ, ਰੇਸ਼ਮ ਤੇ ਪਸ਼ਮੀਨੇ ਦੇ ਰੰਗਦਾਰ ਕੱਪੜੇ ਸਨ, ਅੱਜ ਉਹ ਜਿਵੇਂ ਉਦਾਸੀਆਂ ਦੇ ਵਸਤਰ ਹੁੰਦੇ ਨਿਰਮਲਿਆਂ ਦੇ, ਉਹ ਵਸਤਰ ਧਾਰਨ ਕਰਕੇ ਬੈਠੇ ਹੋਏ ਨੇ। ਵੈਸੇ ਇਵ ਗੁਣ ਹੋਤ ਅਧੀਰਾ। ਇਹ ਵੇਖ ਕੇ ਭਾਈ ਮਰਦਾਨੇ ਦੇ ਮਨ 'ਚ ਧੀਰਜ ਨਹੀਂ ਰਿਹਾ, ਮਨ ਧੀਰਜ ਜਾਂਦਾ ਰਿਹਾ। ਜਿਨ ਕੇ ਭੀਰ ਭੂਰ ਚੌਫੇਰੇ। ਵੇਖਿਆ ਵੀ ਜਿਨ੍ਹਾਂ ਦੇ ਚਾਰੇ ਪਾਸੇ ਸੈਂਕੜੇ ਲੋਕਾਂ ਦੀ ਭੀੜ ਸੀ, ਕਹਿੰਦੇ ਸੀ ਮੋਦੀ ਨਾਨਕ ਮੈਨੂੰ ਪਹਿਲਾਂ ਪਾ, ਤੇ ਛਾਬਾ ਭਰ ਕੇ ਉਹਦੀ ਝੋਲੀ 'ਚ ਪੈਂਦੇ ਪਾ ਕੇ ਕਹਿੰਦੇ ਤੇਰਾ। ਤੇ ਅੱਜ ਆਲੇ ਦੁਆਲੇ ਕੋਈ ਵੀ ਨਹੀਂ, ਇਕੱਲੇ ਹੀ ਬੈਠੇ ਨੇ।
ਜਿਨ੍ਹਾਂ ਦੇ ਆਲੇ ਦੁਆਲੇ ਕਿਤੇ ਹਜ਼ਾਰਾਂ ਲੋਕਾਂ ਦੀ ਭੀੜ ਹੁੰਦੀ ਸੀ ਉਸਤਤ ਕਰਤ ਰਹਿਤ ਨਰ ਘੇਰੇ। ਤੇ ਲੋਕ ਘੇਰਾ ਪਾ ਕੇ ਇਹਨਾਂ ਦੀਆਂ ਵਡਿਆਈਆਂ ਕਰਦੇ ਸਨ। ਸੋ ਏਕ ਕਲ ਉਦਿਆਨ ਮਝਾਰਾ। ਉਹ ਜੰਗਲ ਵਿੱਚ ਉਦਿਆਨ 'ਚ ਇਕੱਲੇ ਹੀ ਬੈਠੇ ਹਨ। ਵੈਸੇ ਇਵ ਕਹਿ ਦ੍ਰਿਗ ਜਲ ਡਾਰਾ। ਏਦਾਂ ਕਹਿ ਕੇ ਭਾਈ ਮਰਦਾਨੇ ਦੀਆਂ ਅੱਖਾਂ 'ਚੋਂ ਨੀਰ ਵਹਿਣ ਲੱਗ ਪਿਆ। ਨਿਕਟ ਜਾਏ ਹੋਇਆ ਠਾਂਡ ਸੁਜਾਨਾ। ਸਤਿਗੁਰੂ ਜੀ ਦੇ ਕੋਲ ਜਾ ਕੇ ਭਾਈ ਮਰਦਾਨਾ ਜੀ ਖਲੋ ਗਏ। ਕਰ ਦੁਆਏ ਕਲਿਆਣ ਬਖਾਨਾ। ਨਮਸਕਾਰ ਕੀਤੀ। ਨਿਕਟ ਬੈਠ ਪੁਨ ਬਚਨ ਉਚਾਰਾ। ਸਤਿਗੁਰਾਂ ਦੇ ਕੋਲ ਬਹਿ ਗਏ ਮੱਥਾ ਟੇਕ ਕੇ ਤੇ ਕਲਿਆਣ ਕਹਿ ਕੇ ਨਾ ਸਤਿਗੁਰਾਂ ਦੇ ਕੋਲ ਬਹਿ ਕੇ ਭਾਈ ਮਰਦਾਨਾ ਜੀ ਬੋਲੇ, ਕੈਸੋ ਭੇਖ ਸਰੀਰ ਸੁਧਾਰਾ। ਮਹਾਰਾਜ ਇਹ ਕਿਹੋ ਜਿਹਾ ਭੇਸ ਸਰੀਰ ਤੇ ਧਾਰਿਆ? ਇਹੀ ਪਹਿਲਾ ਸਵਾਲ ਕੀਤਾ। ਮਹਾਰਾਜ ਇਹ ਕੈਸਾ ਭੇਖ ਆਪ ਜੀ ਨੇ ਸਰੀਰ ਤੇ ਧਾਰਿਆ? ਮੋਦੀ ਕ੍ਰਿਤ ਹੁਤੀ ਧਨ ਦਾਨੀ। ਮਹਾਰਾਜ ਮੋਦੀ ਦੀ ਕ੍ਰਿਤ ਕਰਦੇ ਸੀ ਆਪ ਜੀ ਮੋਦੀ ਖਾਨੇ ਵਿੱਚ। ਕਿਉਂ ਤਜ ਬੈਠੇ ਭੋਗੁਨ ਖਾਨੀ। ਮਹਾਰਾਜ ਕਿਉਂ ਛੱਡ ਬੈਠੇ ਹੋ ਸਭ ਕੁਝ? ਹੇ ਗੁਣਾ ਦੀ ਖਾਨ ਸਾਹਿਬ ਉਹ ਸਾਰਾ ਕੰਮ ਕਿਉਂ ਛੱਡਿਆ ਤੁਸੀਂ? ਖਾਵਤ ਖਰਚਤ ਅਤੁੱਟ ਭੰਡਾਰਾ। ਮਹਾਰਾਜ ਖਾਂਦੇ ਖਰਚਦੇ ਸੀ, ਅਤੁੱਟ ਭੰਡਾਰੇ ਸੀ। ਅਸਨ ਬਸਨ ਨਹਿ ਕਮੀ ਅਗਾਰਾ। ਕਿਸੇ ਤਰ੍ਹਾਂ ਦੀ ਅਸਨ ਬਸਨ ਦੀ ਕਮੀ ਨਹੀਂ ਸੀ ਘਰ ਵਿੱਚ। ਭਲੀ ਗੁਜਰ ਥੀ ਤੁਮਰੀ ਤਿਹ ਤੇ। ਮਹਾਰਾਜ ਬੜਾ ਵਧੀਆ ਗੁਜ਼ਾਰਾ ਚੱਲਦਾ ਸੀ ਉੱਥੋਂ। ਸਰਬ ਦਰਬ ਘਰ ਭਰਪੁਰ ਜਿਹ ਤੇ। ਸਾਰਾ ਘਰ ਤੁਹਾਡਾ ਧਨ ਧਾਨ ਨਾਲ ਭਰਿਆ ਹੋਇਆ ਸੀ। ਕਹਿ ਤੋਟਾ ਆਇਓ ਤਿਹ ਮਾਹੀ। ਕੀ ਮਹਾਰਾਜ ਮੋਦੀ ਖਾਨੇ 'ਚ ਕੋਈ ਘਾਟਾ ਪੈ ਗਿਆ ਸੀ? ਕੋਈ ਤੋਟਾ ਆ ਗਿਆ ਸੀ? ਕਿਦੋ ਨਰੇਸ਼ ਦਈ ਪੁਨ ਨਾਹੀ। ਜਾਂ ਫਿਰ ਦੌਲਤ ਖਾਨ ਨੇ ਕਿਹਾ ਵੀ ਨਹੀਂ ਹੁਣ ਮੈਂ ਤੁਹਾਨੂੰ ਮੋਦੀ ਖਾਨਾ ਨਹੀਂ ਦੇਣਾ, ਜਾਂ ਉਹਨੇ ਤੁਹਾਨੂੰ ਨੌਕਰੀ ਤੋਂ ਫਾਰਗ ਕੀਤਾ ਹੋਵੇ। ਕਿਹ ਕਾਰਨ ਤੇ ਸੋ ਕ੍ਰਿਤ ਛੋਰੀ। ਤੁਸੀਂ ਕਿਸ ਕਾਰਨ ਕਰਕੇ ਕੰਮ ਛੱਡਿਆ? ਕਿਉ ਅਸ ਬੇਸ ਹੈ ਕੀਨ ਬਹੋਰੀ। ਮਹਾਰਾਜ ਫਿਰ ਇਹੋ ਜਿਹਾ ਭੇਸ ਕਿਉਂ ਬਣਾਇਆ? ਸ਼੍ਰੀ ਨਾਨਕ ਸੁਨ ਬੋਲੇ ਬਾਣੀ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਬੋਲੇ, ਜੋ ਵਿਰਾਗ ਕੇ ਰਸ ਮਹਿਸਾਨੀ। ਐਸੇ ਬੋਲ ਬੋਲੇ ਜਿਨ੍ਹਾਂ ਵਿੱਚ ਪਰਮ ਵਿਰਾਗ ਭਰਿਆ ਹੋਇਆ। ਮਰਦਾਨੇ ਤੂੰ ਪੂਰਬ ਵਾਰੀ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਉਹ ਦਿਨ ਚੇਤੇ ਆ ਜਦੋਂ ਤੂੰ ਸਾਡੇ ਕੋਲ ਪਹਿਲੋਂ ਆਇਆ ਸੀ ਮੋਦੀ ਖਾਨੇ 'ਚ ਵਧਾਈ ਲੈਣ। ਮਮ ਟਿਗ ਚਾਚਾ ਆਨੇ ਉਚਾਰੀ। ਤੂੰ ਆ ਕੇ ਸਾਡੇ ਕੋਲੋਂ ਮੰਗਿਆ ਸੀ ਜਦੋਂ ਤੂੰ ਪਹਿਲੀ ਵੇਰ ਆਇਆ ਸੀ ਨਾ, ਸਾਡੀ ਸਗਾਈ ਕਰਕੇ ਆਇਆ ਸੀ ਤੇ ਕਿਹਾ ਸੀ ਜਜਮਾਨ ਵਧਾਈ ਦੇ। ਉਦੋਂ ਜਦੋਂ ਤੂੰ ਆਇਆ ਸੀ ਨਾ ਸਾਡੇ ਕੋਲ ਤੇ ਆ ਕੇ ਸਾਡੇ ਕੋਲੋਂ ਮੰਗ ਕੀਤੀ ਸੀ। ਤੰਤ ਬਾਦਿਤ ਕੋ ਤਬ ਗੁਣ ਦੀਨੋ। ਉਦੋਂ ਅਸੀਂ ਤੈਨੂੰ ਗੁਰੂ ਘਰ ਦੇ ਕੀਰਤਨ ਦੀ ਦਾਤ ਬਖਸ਼ੀ ਸੀ, ਤੈਨੂੰ ਸੰਗੀਤ ਦੀ ਦਾਤ ਬਖਸ਼ੀ ਸੀ, ਤੈਨੂੰ ਵਿਦਿਆ ਦਿੱਤੀ ਸੀ ਤੰਤੀ ਸਾਜ ਦੀ। ਹਰ ਖਵਾਨ ਮਨ ਹੋਏ ਤੈ ਲੀਨੋ। ਤੇ ਤੈਂ ਬੜਾ ਖੁਸ਼ ਹੋ ਕੇ ਉਹ ਦਾਤ ਸਾਡੇ ਕੋਲੋਂ ਲਈ ਸੀ। ਇਸੀ ਸਮੇਂ ਕੋ ਬੂਝੋ ਹੇਤੂ। ਉਹ ਦਾਤ ਜਿਹੜੀ ਉਦੋਂ ਦਿੱਤੀ ਸੀ ਨਾ ਤੈਨੂੰ, ਉਹ ਅੱਜ ਦੇ ਇਸ ਸਮੇਂ ਵਾਸਤੇ ਦਿੱਤੀ ਸੀ। ਹੁਣ ਉਹਦਾ ਉਹ ਕੰਮ ਹੋਣ ਆਉਣੀ ਆ। ਉਹ ਵਿਦਿਆ ਜਿਹੜੀ ਉਦੋਂ ਤੈਨੂੰ ਦਿੱਤੀ ਸੀ ਨਾ ਉਹ ਦਾਤ, ਉਹ ਹੁਣ ਕੰਮ ਆਉਣੀ ਆ। ਅੱਜ ਦੇ ਇਸ ਸਮੇਂ ਲਈ ਦਿੱਤੀ ਸੀ। ਅਵਰ ਨ ਕਾਰਜ ਸੁਮਤ ਨਿਕੇਤੂ। ਹੋਰ ਕੋਈ ਕਿਸੇ ਕੰਮ ਨੂੰ ਨਹੀਂ ਸੀ ਦਿੱਤੀ ਉਹ ਵਿਦਿਆ। ਉਹਦੀ ਲੋੜ ਪੈਣੀ ਸੀ ਤੈਨੂੰ ਤਾਂ ਦਿੱਤੀ ਸੀ ਉਹ ਵਿਦਿਆ। ਨਿਸਬਾ ਸੁਰ ਮਮ ਸੰਗ ਰਹੀਜੈ। ਮਰਦਾਨਾ ਜੀ ਤੁਸੀਂ ਹੁਣ ਸਾਡੇ ਨਾਲ ਰਹਿਣਾ ਰਾਤ ਦਿਨ। ਆਨ ਜਾਨ ਕੋ ਨਾਮ ਨ ਲੀਜੈ। ਹੁਣ ਕਿਤੇ ਆਣ ਜਾਣ ਦਾ ਨਾਂ ਨਾ ਲਈ ਵੀ ਮੈਂ ਖੱਬੇ ਜਾਣਾ ਜੀ, ਮੈਂ ਫਲਾਣੇ ਪਾਸੇ ਜਾਣਾ। ਮਹਾਰਾਜ ਕਹਿੰਦੇ ਹੁਣ ਕਿਤੇ ਸੱਜੇ ਖੱਬੇ ਆਣ ਜਾਣ ਦਾ ਨਾਂ ਨਾ ਲਵੀਂ। ਜਨਮ ਸੁਧਾਰ ਲਿਹੋ ਤੁਮ ਆਪਣਾ। ਤੂੰ ਆਪਣਾ ਜਨਮ ਸੁਧਾਰ ਹੁਣ ਵੇਲਾ, ਇਹ ਜਨਮ ਸੁਧਾਰ ਲੈ, ਲੇਖੇ ਲਾ ਲੈ। ਜਗਤ ਅਸਤ ਲਖੋ ਜਿਵ ਸੁਪਨਾ। ਇਹ ਜਗਤ ਅਸਤ ਹੈ ਜਿਵੇਂ ਸੁਪਨਾ ਹੋਵੇ। ਸੋ ਵਹਿ ਮਦ ਗੁੜਾਕਾ ਜੋਲੋ। ਕਹਿੰਦੇ ਬੰਦਾ ਜਦੋਂ ਤੱਕ ਗੂੜੀ ਨੀਂਦ ਕੇ ਸੁੱਤਾ ਹੁੰਦਾ ਹੈ, ਸੁਪਨਾ ਸਤ ਭਾਸ ਹੈ ਤੋਲੋ। ਉਹਨੂੰ ਉਦੋਂ ਤੱਕ ਸੁਪਨਾ ਸੱਤ ਨਜ਼ਰ ਆਉਂਦਾ ਹੈ। ਇਹ ਜਗਤ ਸੁਪਨਾ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਮਨੁੱਖ ਨੂੰ ਨਜ਼ਰ ਆਉਂਦਾ ਹੈ। ਮਰਦਾਨਾ ਜੀ ਜਗ ਇਹ ਸੁਪਨੇ ਦਾ ਤਿਆਗ ਕਰੋ ਤੇ ਜੋ ਕਰਨ ਆਏ ਉਸ ਨੂੰ ਕਰੋ। ਤੁਹਾਨੂੰ ਜਿਹੜੀ ਦਾਤ ਦਿੱਤੀ ਸੀ ਉਹ ਇਸੇ ਸਮੇਂ ਲਈ ਦਿੱਤੀ ਸੀ। ਤੁਸੀਂ ਹੁਣ ਸਾਡੇ ਨਾਲ ਰਹਿਣਾ ਰਾਤ ਦਿਨ। ਮਰਦਾਨੇ ਨੇ ਜਿਹੜੀਆਂ ਗੱਲਾਂ ਪੁੱਛੀਆਂ ਉਹਦਾ ਜਵਾਬ ਨਹੀਂ ਆਇਆ। ਮਹਾਰਾਜ ਜੀ ਨੇ ਉਹਦਾ ਜਵਾਬ ਨਹੀਂ ਦਿੱਤਾ।
ਆਖਿਆ ਛੱਡੋ, ਇਹ ਤਾਂ ਸੁਪਨਾ ਸੀ। ਕੀ ਮੋਦੀ ਖਾਨਾ ਦੇ, ਕੀ ਮੋਦੀ ਖਾਨੇ ਦੇ ਕੰਮਕਾਰ, ਨੌਕਰੀਆਂ ਚਾਕਰੀਆਂ। ਮਹਾਰਾਜ ਕਹਿੰਦੇ ਜੋ ਹੈ ਹੁਣ, ਜੋ ਕਰਨ ਆਏ ਆ ਉਹ ਕਰੀਏ ਮਰਦਾਨਿਆਂ, ਚੱਲ ਚੱਲੀਏ ਰੱਬ ਦੇ ਨਿਰੰਕਾਰ ਦੇ ਕਰਤਾਰ ਦੇ ਰੰਗ ਵੇਖੀਏ। ਭਾਈ ਮਰਦਾਨਾ ਜੀ ਨੂੰ ਜਿਵੇਂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨਵਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਮਾਤਾ ਗੁਜਰੀ ਜੀ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੱਲ 30 ਤਰੀਕ ਨੂੰ ਸਵੇਰੇ 10 ਤੋਂ ਦੁਪਹਿਰੇ 1 ਵਜੇ ਤੱਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀਵਾਨ ਹਾਲ ਵਿੱਚ ਮਹਾਨ ਕੀਰਤਨ ਸਮਾਗਮ ਹੋ ਰਹੇ ਨੇ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਸਿੰਘ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਕੱਲ੍ਹ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਔਰ ਆਪਣਾ ਸਤਿਕਾਰ ਭੇਟ ਕਰਨਾ ਜੀ। ਕੱਲ੍ਹ ਸਵੇਰੇ 10 ਤੋਂ ਦੁਪਹਿਰੇ 1 ਵਜੇ ਤੱਕ ਇਹ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਦੀਵਾਨ ਹਾਲ ਅੰਦਰ ਹੋ ਰਹੇ ਨੇ। ਹਾਜ਼ਰੀਆਂ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮਹਿ ਦੁਖ ਭੰਜਨ ਗੁਣਦਾਸ ਹੈ ਸੰਗੀ ਹੈ ਨਿਰੰਕਾਰ हे निर्गुण सब टेक हे गोबिंद हे गुण निधान जाके सदा हे विवेक परम्पर हर हरे यह भी होवन हार हे संत कै सदा संग निधारा आधार हे ठाकुर हों दासरो मैं निर्गुण गुण नहीं कोई नानक दीजै नाम दान राखो ही परो आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सोतरे पार जो शरदा कर से बंदे गुर पार उतारण हार वाहिगुरु नाम जहाज है चढ़े सोतरे पार जो शरदा कर से बंदे गुर पार उतारण हार वाहिगुरु जी का खालसा वाहिगुरु जी की फतेह।
ਹਾਰਮੋਨੀ ਨਾਮ ਹੀ ਰੱਖੇ ਨੇ ਬਕਵਾਸ, ਆਨੰਦ ਨਹੀਂ ਸੀਗਾ ਡਿਊਟੀ ਕਿਸੇ ਆਨੰਦ ਨਹੀਂ ਬਣਿਆ। ਵਾਹਿਗੁਰੂ 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 ਵਾਹਿਗੁਰੂ